ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। ਫਰਵਰੀ ਮਹੀਨਾ ਕੌਮਾਂਤਰੀ ਪੱਧਰ 'ਤੇ ਸਿਆਹ ਲੋਕਾਂ ਖਿਲਾਫ ਨਸਲਵਾਦ ਦੇ ਵਿਰੁੱਧ ਇੱਕ ਮਹੀਨੇ ਵਜੋਂ ਵਰਤਿਆ ਜਾ ਰਿਹਾ, ਮਨਾਇਆ ਜਾ ਰਿਹਾ। ਇਸ ਮਹੀਨੇ ਦੇ ਦੌਰਾਨ ਉਹ ਸਾਰੀਆਂ ਗਤੀਵਿਧੀਆਂ ਜਿਹੜੀਆਂ ਕਿ ਕਿਸੇ ਵੀ ਭਾਈਚਾਰੇ ਦੇ ਖਿਲਾਫ ਨਸਲਵਾਦ ਹੈ ਉਸ ਨੂੰ ਰੋਕਣ ਦੇ ਵਾਸਤੇ ਕੀ ਕੀਤਾ ਜਾ ਸਕਦਾ ਹੈ, ਉਸ ਦੇ ਪ੍ਰਸੰਗ 'ਚ ਵਿਚਾਰੀਆਂ ਜਾਂਦੀਆਂ ਨੇ। ਰੋਜ਼ਾ ਪਾਰਿਕ ਇੱਕ ਐਸਾ ਨਾਂ ਹੈ ਜਿਨ੍ਹਾਂ ਦਾ ਫਰਵਰੀ 1913 ਦੇ ਵਿੱਚ ਜਨਮ ਹੋਇਆ ਅਤੇ ਜਿਸ ਸੰਘਰਸ਼ ਦੇ ਦੌਰਾਨ ਉਹਨਾਂ ਨੇ ਨਸਲਵਾਦ ਦੇ ਖਿਲਾਫ ਲੜਾਈ ਲੜੀ ਅਤੇ ਜੋ ਇੱਕ ਬਾਕਾਇਦਾ ਤੌਰ 'ਤੇ ਇਸ ਦੇ ਲਈ ਰੋਲ ਮਾਡਲ ਬਣੇ, ਉਹਨਾਂ ਦੀ ਗੱਲ ਕਰਨੀ ਵੀ ਇਸ ਸਮੇਂ ਜ਼ਰੂਰੀ ਬਣਦੀ ਹੈ। ਨਾਲੋਂ ਨਾਲ ਅੱਜ ਦੇ ਸਮੇਂ ਜਿਸ ਢੰਗ ਦੇ ਨਾਲ ਨਸਲਵਾਦ ਦਾ ਦੌਰ ਚੱਲ ਰਿਹਾ ਹੈ, ਨਾ ਸਿਰਫ ਸਿਆਹ ਲੋਕਾਂ ਦੇ ਖਿਲਾਫ ਨਸਲਵਾਦ, ਕਿਸੇ ਵੀ ਕਿਸਮ ਦਾ, ਉਸ ਸੰਬੰਧ ਦੇ ਵਿੱਚ ਵੀ ਵਿਚਾਰ ਕਰਨੀ ਬੜੀ ਜ਼ਰੂਰੀ ਹੈ। ਕਿਉਂਕਿ ਜਦੋਂ ਅਸੀਂ ਮੁਲਾਂਕਣ ਕਰਦੇ ਹਾਂ ਤਾਂ ਸਾਨੂੰ ਦੇਖਣਾ ਪਏਗਾ ਕਿ ਅੱਜ 21ਵੀਂ ਸਦੀ ਦੇ ਵਿੱਚ ਕਿੱਥੇ ਅਸੀਂ ਖੜ੍ਹੇ ਹਾਂ, ਕਿਸ ਤਰ੍ਹਾਂ ਦਾ ਰੇਸਿਜ਼ਮ ਜਿਹੜਾ ਹੈ ਅੱਜ ਅਸੀਂ ਉਸ ਦਾ ਸਾਹਮਣਾ ਕਰ ਰਹੇ ਹਾਂ, ਕਿਵੇਂ ਦੁਨੀਆ ਭਰ ਦੇ ਵੱਖ-ਵੱਖ ਮੁਲਕਾਂ ਦੇ ਵਿੱਚ ਨਸਲਵਾਦ ਜਾਂ ਵਿਤਕਰੇ ਦੀ ਨੀਤੀ ਜਾਂ ਫਿਰ ਵੱਖ-ਵੱਖ ਕਿਸਮ ਦਾ ਜਿਹੜਾ ਹੈ ਅਲੱਗ-ਅਲੱਗ ਕਿਸਮ ਦਾ ਵਰਗ ਵੰਡ ਜਿਹੜੀ ਹੋ ਰਹੀ ਹੈ, ਉਹ ਸਾਰੀਆਂ ਹੀ ਜਿਹੜੀਆਂ ਨਸਲਵਾਦ ਦੀਆਂ ਪ੍ਰਕਿਰਿਆਵਾਂ ਦਾ ਹਿੱਸਾ ਕਹੀਆਂ ਜਾ ਸਕਦੀਆਂ ਨੇ। ਸੋ ਇਸ ਵਿਸ਼ੇ 'ਤੇ ਖਾਸ ਗੱਲਬਾਤ ਹੋਏਗੀ ਅਤੇ ਸਾਡਾ ਪ੍ਰੋਗਰਾਮ ਇਹ ਫਰਵਰੀ ਮਹੀਨੇ ਸਿਆਹ ਲੋਕਾਂ ਦੇ ਖਿਲਾਫ ਨਸਲਵਾਦ ਦੇ ਲਈ ਵਰਤੇ ਜਾਂਦੇ ਇਸ ਮਹੀਨੇ ਦੇ ਤੌਰ 'ਤੇ ਵਿਸ਼ੇਸ਼ ਤੌਰ 'ਤੇ ਸਮਰਪਿਤ ਹੋਏਗਾ। ਗੱਲਬਾਤ ਦੇ ਵਾਸਤੇ ਮਹਿਮਾਨ ਨੇ ਸਾਡੇ ਸਟੂਡੀਓ 'ਚ ਗੁਰਪ੍ਰੀਤ ਸਿੰਘ ਜੀ, ਜੋ ਕਿ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ। ਇਹਨਾਂ ਵਿਸ਼ਿਆਂ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਬਹੁਤ ਕੁਝ ਲਿਖਿਆ ਹੈ, ਬੜੀ ਵਾਰ ਗੱਲਬਾਤ ਕੀਤੀ ਹੈ। ਸੋ ਇੱਕ ਨਵੇਂ ਦ੍ਰਿਸ਼ਟੀਕੋਣ ਤੋਂ ਅੱਜ ਦੀ ਗੱਲਬਾਤ ਕਰ ਰਹੇ ਹਾਂ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਿੰਦਰ ਸਿੰਘ ਜੀ, ਮੰਚ ਮੁਹੱਈਆ ਕਰਨ ਲਈ ਧੰਨਵਾਦ। ਸ਼ੁਕਰੀਆ ਜੀ। ਸਭ ਤੋਂ ਪਹਿਲਾਂ ਰੋਜ਼ਾ ਪਾਰਕ ਵਰਗੀ ਇੱਕ ਐਕਟਿਵਿਸਟ, ਇੱਕ ਐਸੀ ਕਾਰਕੁਨ ਜਿਹੜੀ ਨਸਲਵਾਦ ਦੇ ਖਿਲਾਫ ਲੜੀ, ਉਹਨਾਂ ਦੇ ਬਾਰੇ ਗੱਲਬਾਤ ਕਰ ਰਹੇ ਹੋ, ਤੁਸੀਂ ਸਾਡੇ ਨਾਲ ਸ਼ਾਮਲ ਹੋ। ਜੀ ਆਇਆਂ ਨੂੰ। ਬਹੁਤ ਮਿਹਰਬਾਨੀ ਗੁਰਿੰਦਰ ਸਿੰਘ ਜੀ, ਮੈਨੂੰ ਬੜਾ ਮਾਣ ਹੈ ਕਿ ਤੁਸੀਂ ਮੰਚ ਦੇ ਰਹੇ ਹੋ ਔਰ ਰੋਜ਼ਾ ਪਾਰਕਸ ਵਰਗੀ ਸ਼ਖਸੀਅਤ ਬਾਰੇ ਗੱਲਬਾਤ ਕਰਨ ਦਾ ਮੌਕਾ, ਬਲੈਕ ਹਿਸਟਰੀ ਮੰਥ ਬਾਰੇ ਗੱਲ ਕਰਨ ਦਾ ਮੌਕਾ, ਜਦੋਂ ਕਿ ਬਲੈਕ ਹਿਸਟਰੀ ਮੰਥ ਚੱਲ ਰਿਹਾ ਜੀ। ਦੇਖੋ, ਗੱਲ ਇਸ ਤਰ੍ਹਾਂ ਕਿ ਬੜਾ ਇੱਕ ਦਿਲਚਸਪ ਸਬਬ ਹੈ ਕਿ ਰੋਜ਼ਾ ਪਾਰਕਸ ਦਾ ਜਨਮ ਹੋਇਆ 4 ਫਰਵਰੀ ਨੂੰ 1913 ਦੇ ਵਿੱਚ ਜੀ। ਉਹ ਵਰਾ ਜਦੋਂ ਗਦਰ ਪਾਰਟੀ ਹੋਂਦ 'ਚ ਆਈ। ਗਦਰ ਪਾਰਟੀ ਵੀ ਨਸਲਵਾਦ ਦੇ ਖਿਲਾਫ ਹੋਂਦ 'ਚ ਆਈ ਸੀ। ਨਸਲਵਾਦ ਸਿਰ ਚੜ੍ਹ ਕੇ ਬੋਲ ਰਿਹਾ ਸੀ। ਰੋਜ਼ਾ ਪਾਰਕਸ ਕਿਉਂਕਿ ਇੱਕ ਸਿਆਹ ਨਸਲ ਦੀ ਸੀ, ਅਲਾਬਾਮਾ 'ਚ ਉਸਦਾ ਜਨਮ ਹੋਇਆ। ਜਿਵੇਂ ਜਿਵੇਂ ਵੱਡੀ ਹੁੰਦੀ ਗਈ ਨਸਲਵਾਦ ਨੂੰ ਉਸਨੇ ਹੰਢਾਇਆ, ਉਸ ਤਕਲੀਫ ਨੂੰ ਮਹਿਸੂਸ ਕੀਤਾ। ਉਸਦੇ ਬਜ਼ੁਰਗ, ਉਸਦੇ ਨਾਨਾ ਜੀ ਖਾਸ ਤੌਰ 'ਤੇ ਆਪਣੇ ਕੋਲ ਬੰਦੂਕ ਰੱਖਦੇ ਹੁੰਦੇ ਸੀਗੇ। ਕੂਕਲੈਕਸ ਲੈਣ ਵਾਲੇ ਅਕਸਰ ਹਮਲੇ ਕਰਦੇ ਸੀ ਕਾਲਿਆਂ ਦੇ ਉੱਤੇ, ਤਾਂ ਆਪਣੇ ਬਚਾਓ ਲਈ ਆਪਣੇ ਕੋਲ ਬੰਦੂਕ ਰੱਖਦੇ ਸੀ। ਸੋ ਸਾਰਾ ਕੁਝ ਉਸਨੇ ਛੋਟੀ ਉਮਰੇ ਵੇਖਣਾ ਸ਼ੁਰੂ ਕਰਤਾ ਸੀ। ਸਕੂਲਾਂ ਵਿੱਚ ਵੀ ਟੂਟੀਆਂ ਪੀਣ ਦੇ ਪਾਣੀ ਦੀਆਂ ਅੱਡ ਹੁੰਦੀਆਂ ਸੀਗੀਆਂ। ਸਿਆਹ ਨਸਲ ਦੇ ਨਿਆਣੇ ਅੱਡ ਟੂਟੀ 'ਚੋਂ ਪਾਣੀ ਪੀਂਦੇ ਸੀ, ਗੋਰੇ ਅੱਡ 'ਚੋਂ ਪਾਣੀ ਪੀਂਦੇ ਸੀ। ਬੱਸਾਂ ਵਿੱਚ ਵੀ ਸੀਟਾਂ ਵੱਖਰੀਆਂ ਸੀ, ਸਕੂਲ ਵੱਖਰੇ ਸੀ ਇਹਨਾਂ ਦੇ। ਸੋ ਕਾਫੀ ਉਸ ਦੌਰ ਨੂੰ ਉਸਨੇ ਵੇਖਿਆ। ਅਗਾਂਹ ਚੱਲ ਕੇ ਜਦੋਂ ਉਸਦਾ ਵਿਆਹ ਹੁੰਦਾ ਜਿਹੜੇ ਵਿਅਕਤੀ ਨਾਲ, ਉਹ ਖੁਦ ਨਸਲਵਾਦ ਦੇ ਖਿਲਾਫ ਇੱਕ ਐਕਟਿਵਿਸਟ ਹੈ। ਉਸ ਦੇ ਨਾਲ ਉਸਨੂੰ ਹੋਰ ਬਲ ਮਿਲਿਆ, ਫਿਰ ਉਹ ਹੋਰ ਜ਼ਿਆਦਾ ਐਕਟਿਵ ਹੋਈ। ਫਿਰ ਅਖੀਰ ਜਿਹੜਾ ਸਭ ਤੋਂ ਵੱਡਾ ਜਿਸ ਦੇ ਕਰਕੇ ਇਸਦਾ ਨਾਂ ਸਾਰੇ ਸੰਸਾਰ 'ਚ ਚੱਲਿਆ, ਉਹ ਇਹ ਸੀ ਕਿ ਉਸ ਇਲਾਕੇ ਦੇ ਵਿੱਚ ਜਿਹੜੀਆਂ ਬੱਸਾਂ ਸੀਗੀਆਂ, ਇੱਕ ਕਾਨੂੰਨ ਬਣਿਆ ਸੀ ਕਿ ਉਸ ਦੇ ਵਿੱਚ ਕਿਹਾ ਜਾਂਦਾ ਸੀ ਕਿ ਜਿਹੜੇ ਸਿਆਹ ਨਸਲ ਦੇ ਲੋਕ ਨੇ ਉਹ ਬੱਸਾਂ 'ਚ ਪਿੱਛੇ ਬਹਿਣਗੇ। ਮੂਹਰਲੀਆਂ ਸੀਟਾਂ ਸਿਰਫ ਗੋਰਿਆਂ ਲਈ ਰਾਖਵੀਆਂ ਹੋਣਗੀਆਂ। ਕੋਈ ਸਿਆਹ ਨਸਲ ਦਾ ਵਿਅਕਤੀ ਹਿੰਮਤ ਨਹੀਂ ਸੀ ਕਰ ਸਕਦਾ ਜਾ ਕੇ ਉਹਨਾਂ ਦੀ ਸੀਟ 'ਤੇ ਬਹਿ ਜਾਵੇ। ਜਿਹੜੀਆਂ ਪਿਛਲੀਆਂ ਸੀਟਾਂ ਸੀਗੀਆਂ ਸਿਰਫ ਕਾਲੇ ਉੱਥੇ ਬਹਿ ਸਕਦੇ ਸੀ। ਉਹਦੇ ਵਿੱਚ ਵੀ ਸਿੱਤਮ ਦੀ ਗੱਲ ਸੀ ਕਿ ਜੇ ਬੱਸ 'ਚ ਰਸ਼ ਪੈ ਗਿਆ, ਗੋਰਿਆਂ ਦੀ ਸਵਾਰੀਆਂ ਵੱਧ ਗਈਆਂ, ਅਤੇ ਸਿਆਹ ਨਸਲ ਦੇ ਲੋਕਾਂ ਲਈ ਇਹ ਸੀਗਾ ਕਿ ਤੁਹਾਨੂੰ ਉਹਨਾਂ ਦੀ ਕੁਰਸੀ ਛੱਡਣੀ ਪਏਗੀ। ਔਰ ਇਕੱਲੀ ਕੁਰਸੀ ਨਹੀਂ, ਪੂਰੀ ਕਤਾਰ ਛੱਡਣੀ ਪਊਗੀ ਇੱਕ ਗੋਰੇ ਨੂੰ ਬਿਠਾਉਣ ਦੀ ਖਾਤਰ। ਗੋਰਾ ਕਿਸੇ ਵੀ ਹਾਲਤ 'ਚ ਸਿਆਹ ਨਸਲ ਦੇ ਵਿਅਕਤੀ ਨਾਲ ਇੱਕੋ ਕਤਾਰ 'ਚ ਨਹੀਂ ਬੈਠੂਗਾ, ਇਹ ਕਾਨੂੰਨ ਸੀ। ਸੋ ਰੋਜ਼ਾ ਪਾਰਕਸ ਨੇ ਇੱਕ ਵਾਰ ਇਸ ਦਾ ਵਿਰੋਧ ਕੀਤਾ, ਡਟਵਾਂ ਵਿਰੋਧ। ਉਸਨੇ ਸੀਟ ਛੱਡਣ ਤੋਂ ਇਨਕਾਰ ਕੀਤਾ, ਜਿਸ ਦੇ ਕਰਕੇ ਗ੍ਰਿਫਤਾਰ ਹੋਈ। ਗ੍ਰਿਫਤਾਰੀ ਉਸਨੇ ਦਿੱਤੀ। ਉਸ ਤੋਂ ਬਾਅਦ ਬੱਸਾਂ ਦੇ ਖਿਲਾਫ ਬਾਈਕਾਟ ਦਾ ਇੱਕ ਜਿਹੜਾ ਹੈ, ਜਿਹਨੂੰ ਕਹਿੰਦੇ, ਉਸਦੀ ਮੁਹਿੰਮ ਚੱਲੀ। ਉਸਨੇ ਇੰਨਾ ਜ਼ੋਰ ਫੜਿਆ ਕਿ ਨਾਸੀ ਧੂੰਆਂ ਕਢਾਤਾ ਡਰਾਈਵਰਾਂ ਦਾ ਅਤੇ ਬੱਸ ਕੰਪਨੀਆਂ ਦਾ। ਅਖੀਰ ਸਰਕਾਰ ਨੂੰ ਝੁਕਣਾ ਪਿਆ। ਸੋ ਇਹ ਇੱਕ ਲੜਾਈ ਦਾ, ਇੱਕ ਵੱਡੀ ਲੜਾਈ ਦਾ ਹਿੱਸਾ ਸੀ, ਜਿਸ ਦੇ ਵਿੱਚ ਸਿਆਹ ਨਸਲ ਦੇ ਲੋਕਾਂ ਨਾਲ ਲਗਾਤਾਰ ਜ਼ਿਆਦਤੀਆਂ ਹੋ ਰਹੀਆਂ ਸਨ। ਵਿਤਕਰਿਆਂ ਭਰੇ ਕਾਨੂੰਨ ਪਾਸ ਹੋਏ ਸੀਗੇ ਸਭ ਦੇ ਖਿਲਾਫ। ਔਰ ਇਸ ਤੋਂ ਇਲਾਵਾ ਰੋਜ਼ਾ ਪਾਰਕਸ ਨੇ ਇੱਕ ਪ੍ਰਕਿਰਿਆ ਸੀ ਜਿਸ ਦੇ ਤਹਿਤ ਸਿਆਹ ਨਸਲ ਦੇ ਲੋਕਾਂ ਨੂੰ ਮਿਥ ਕੇ ਵੋਟ ਪ੍ਰਕਿਰਿਆ ਤੋਂ ਪਾਸੇ ਰੱਖਿਆ ਜਾਂਦਾ ਸੀ। ਉਸ ਦੇ ਖਿਲਾਫ ਹੀ ਲੜਾਈ ਲੜੀ। ਵੋਟ ਦਾ ਹੱਕ ਲੈਣ ਲਈ ਰਜਿਸਟਰੀ ਕਰਵਾਈ, ਆਪਣੀ ਰਜਿਸਟਰੀ ਕਰਵਾਉਣ ਲੱਗਿਆ, ਫਿਰ ਫੀਸ ਵੀ ਬੜੀ ਮੋਟੀ ਦਿੱਤੀ ਆ। ਸੋ ਰੋਜ਼ਾ ਪਾਰਕਸ ਨੇ ਕਈ ਪੜਾਵਾਂ ਵਿੱਚ ਗੁਜ਼ਰਦੇ ਹੋਏ ਇਹ ਲੜਾਈ ਲੜੀ ਉਸਨੇ, ਤਾਂ ਕਰਕੇ ਉਸਦਾ ਨਾਂ ਸਾਰੇ ਸੰਸਾਰ 'ਚ ਪ੍ਰਚਾਰਿਆ ਜਾਂਦਾ। ਔਰ ਫਰਵਰੀ ਦਾ ਮਹੀਨਾ ਸਬਬ ਨਾਲ ਬਲੈਕ ਹਿਸਟਰੀ ਮੰਥ ਵਜੋਂ ਮਨਾਇਆ ਜਾਂਦਾ। ਇਸ ਦਾ ਪੂਰਾ ਪਤਾ ਨਹੀਂ ਕਿ ਕਿੱਥੋਂ ਐਗਜ਼ੈਕਟਲੀ ਕਿਵੇਂ ਸ਼ੁਰੂਆਤ ਹੋਈ ਹੈ, ਕਿ ਕਈ ਵੱਖਰੇ ਵੱਖਰੇ ਮੱਤ ਨੇ ਇਸਦੇ।
ਪਰ ਸਿਆਸਤ ਲੋਕਾਂ ਵਿੱਚ ਇੱਕ ਮਾਹੌਲ ਵੀ ਚੱਲਦਾ ਤੇ ਗੁੱਸਾ ਵੀ ਹੈ ਕਿ ਫਰਵਰੀ ਦਾ ਮਹੀਨਾ ਹੀ ਕਿਉਂ ਸਾਨੂੰ ਦਿੱਤਾ ਗਿਆ। ਫਰਵਰੀ ਦਾ ਮਹੀਨਾ ਤਾਂ ਛੋਟਾ ਮਹੀਨਾ, ਨਾ 30 ਦਾ ਨਾ 31 ਦਾ, ਸੋ ਉਹ ਮਹੀਨਾ ਸਾਨੂੰ ਦੇਤਾ। ਸੋ ਉਹਨਾਂ ਨੂੰ ਇਸ ਗੱਲ ਦਾ ਵੀ ਗੁੱਸਾ ਕਿ ਸਾਨੂੰ ਰੁੰਗੇ ਜਿਹੇ ਇੱਕ ਮਹੀਨਾ ਦਿੱਤਾ ਗਿਆ ਕਿ ਤੁਸੀਂ ਸਿਆਸਤ ਲੋਕਾਂ ਦੇ ਇਤਿਹਾਸ ਬਾਰੇ ਗੱਲਾਂ ਕਰੋ ਜਾਂ ਲੋਕਾਂ ਨੂੰ ਜਾਗਰੂਕ ਕਰੋ। ਪਰ ਇਹ ਇਸ ਗੱਲ ਬਾਰੇ ਮੈਂ ਯਕੀਨ ਨਾਲ ਨਹੀਂ ਕਹਿ ਸਕਦਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਕਲੈਰਿਟੀ ਨਹੀਂ ਇਸ ਬਾਰੇ ਕਿ ਕੀ ਇਸ ਮਹੀਨੇ ਦੀ ਚੋਣ ਇਸ ਕਰਕੇ ਕੀਤੀ ਗਈ ਕਿ ਰੋਜ਼ਾ ਪਾਰਕਸ ਦਾ ਜਨਮ ਦਿਹਾੜਾ 4 ਫਰਵਰੀ ਨੂੰ ਆਉਂਦਾ। ਪਰ ਜੋ ਵੀ ਹੋਵੇ, ਇੱਕ ਸਬਬ ਹੈ ਕਿ ਇੱਕ ਮਹੀਨੇ ਦੌਰਾਨ ਤੁਸੀਂ ਜਦੋਂ ਇਸ ਦੀ ਗੱਲ ਪ੍ਰਚਾਰਦੇ ਹੋ, ਜਿਵੇਂ CBC ਨੇ ਵੀ ਇਸ ਮਹੀਨੇ ਨੂੰ ਮਾਨਤਾ ਦਿੱਤੀ ਹੈ, ਉਸ ਨਾਤੇ ਉਸ ਪੂਰੇ ਮਹੀਨੇ ਦੌਰਾਨ ਇਹਨਾਂ ਵਿਸ਼ਿਆਂ 'ਤੇ ਸੰਵਾਦ ਹੁੰਦਾ, ਲੋਕਾਂ ਦੀ ਸੋਝੀ ਜਿਹੜੀ ਹੈ ਵੱਧ ਜਾਂਦੀ ਹੈ। ਸੋ ਉਸ ਨਾਤੇ ਸਾਨੂੰ ਵੀ ਖੁਸ਼ੀ ਹੈ ਇਸ ਗੱਲ ਦੀ ਕਿ ਜਿਹੜਾ ਚੈਨਲ ਪੰਜਾਬੀ ਮੌਕਾ ਦੇ ਰਿਹਾ, ਤੁਸੀਂ ਮੌਕਾ ਦੇ ਰਹੇ ਹੋ, ਆਵਾਜ਼ੇ ਪੰਜਾਬ ਮੌਕਾ ਦੇ ਰਿਹਾ ਕਿ ਬਲੈਕ ਹਿਸਟਰੀ ਮੰਥ ਬਾਰੇ ਆਪਾਂ ਲੋਕਾਂ ਨੂੰ ਦੱਸੀਏ। ਨਾਲੇ ਸਾਡਾ ਤਾਂ ਫਰਜ਼ ਬਣਦਾ ਕਿ ਅਸੀਂ ਸਿਆਸਤ ਲੋਕਾਂ ਨਾਲ ਖੜੇ ਹੋਈਏ ਕਿਉਂਕਿ ਸਾਡੇ ਆਪਣੇ ਬਜ਼ੁਰਗਾਂ ਨੇ ਨਸਲਵਾਦ ਹੰਢਾਇਆ ਔਰ ਸਾਡੇ ਤੋਂ ਕਿਤੇ ਵੱਧ ਨਸਲਵਾਦ ਉਹਨਾਂ ਨੇ ਹੰਢਾਇਆ ਕਿਉਂਕਿ ਉਹਨਾਂ ਦੀ ਚਮੜੀ ਦਾ ਰੰਗ ਕਾਲਾ ਹੋਣ ਕਰਕੇ। ਔਰ ਢਾਂਚਾਗਤ ਹਿੰਸਾ ਅੱਜ ਵੀ ਉਹਨਾਂ ਦੇ ਖਿਲਾਫ ਜਾਰੀ ਹੈ, ਜਿਵੇਂ ਦੀ ਤਿਵੇਂ ਮੁੱਢ ਤੋਂ ਚੱਲਦਾ ਆ ਰਿਹਾ, ਗੁਲਾਮੀ ਦੇ ਦੌਰ ਤੋਂ। ਸੋ ਇਸ ਕਰਕੇ ਸਾਡਾ ਫਰਜ਼ ਬਣਦਾ ਔਰ ਖਾਸ ਤੌਰ ਸਿੱਖ ਕਮਿਊਨਿਟੀ ਦਾ, ਜਿਹੜੇ ਸਰਬੱਤ ਦੇ ਭਲੇ ਦੀ ਗੱਲ ਕਰਨ ਵਾਲੀ ਕਮਿਊਨਿਟੀ, ਜਿਸ ਸਾਰੇ ਸਰਬੱਤ ਨੂੰ ਕਲੱਬ 'ਚ ਲੈਣ ਦੀ ਗੱਲ ਕੀਤੀ ਹੋਵੇ, ਉਸ ਦਾ ਫਰਜ਼ ਬਣਦਾ ਕਿ ਸਿਆਸਤ ਦੇ ਲੋਕਾਂ ਦੇ ਨਾਲ ਹਮੇਸ਼ਾ ਹੀ ਖੜੇ ਹੋਣ। ਪਰ ਸਬਬ ਇੱਕ ਹੋਰ ਵੀ ਹੈ ਕਿ ਫਰਵਰੀ ਦਾ ਮਹੀਨਾ ਇਸ ਵਾਰ ਇਹ ਚਾਈਨੀਜ਼ ਭਾਈਚਾਰੇ ਦਾ ਨਵਾਂ ਸਾਲ ਵੀ ਹੈ। ਹੁਣ ਚਾਈਨੀਜ਼ ਭਾਈਚਾਰੇ ਨਾਲ ਜੋ ਇਸ ਵੇਲੇ ਹੋ ਰਿਹਾ COVID-19 ਦੇ ਮੱਦੇਨਜ਼ਰ, ਉਹ ਵੀ ਨਸਲਵਾਦ ਹੈ ਵੱਖਰੇ ਰੂਪ ਦੇ ਵਿੱਚ। ਔਰ 1 ਫਰਵਰੀ ਨੂੰ ਹਿਜਾਬ ਡੇ ਵੀ ਸੀਗਾ, ਜਿਹੜੀ ਹਿਜਾਬੀ ਔਰਤਾਂ ਨੂੰ ਸਮਰਪਿਤ ਦਿਹਾੜਾ। ਅੱਜ ਹਿਜਾਬੀ ਔਰਤਾਂ ਜਿਹੜੀਆਂ ਨਸਲਵਾਦ ਦਾ ਸਾਹਮਣਾ ਕਰ ਰਹੀਆਂ, ਅਲਬਰਟਾ 'ਚ ਕਿੰਨੇ ਹਮਲੇ ਤਿੱਖੇ ਹੋਣੇ ਸ਼ੁਰੂ ਹੋਏ। ਫਿਰ ਤੁਸੀਂ ਇਹ ਵੇਖੋ ਕਿ ਜੇ ਕੋਈ ਮੁਸਲਿਮ ਔਰਤ ਅਫਰੀਕੀ ਦੇਸ਼ ਦੀ ਹੋਵੇ, ਪੱਕੇ ਰੰਗ ਵਾਲੀ, ਔਰ ਹਿਜਾਬ ਲੈਂਦੀ ਹੋਵੇ ਤਾਂ ਉਸ ਦੇ ਨਾਲ ਦੋਹਰੀ ਮਾਰ ਉਸਨੂੰ ਝੱਲਣੀ ਪੈਂਦੀ। ਦੋਹਰੀ ਕੀ ਮੈਂ ਕਹੂੰਗਾ, ਤੀਰੀ ਮਾਰ ਝੱਲਣੀ ਪੈਂਦੀ। ਇੱਕ ਉਸਦੇ ਲਿੰਗ ਕਰਕੇ ਕਿਉਂਕਿ ਔਰਤ ਹੈ, ਦੂਜਾ ਕਿਉਂਕਿ ਮੁਸਲਮਾਨ ਹੈ ਹਿਜਾਬ ਕਰਕੇ, ਤੀਜਾ ਉਸਦੀ ਚਮੜੀ ਦੇ ਰੰਗ ਕਰਕੇ। ਬਿਲਕੁਲ। ਸੋ 3 ਲੈਵਲਸ ਦੇ ਉੱਤੇ ਉਹ ਨਸਲਵਾਦ ਦਾ ਸਾਹਮਣਾ ਕਰ ਰਹੀ ਹੈ। ਸੋ ਸਾਨੂੰ ਇਹਨਾਂ ਸਾਰੀਆਂ ਗੱਲਾਂ ਨੂੰ ਇਹਦੇ ਬਾਰੇ ਜਾਣੂ ਹੋਣਾ ਚਾਹੀਦਾ ਔਰ ਬਹੁਤ ਖੁਸ਼ੀ ਕਿ ਤੁਸੀਂ ਇਸ ਲਈ ਮੌਕਾ ਦੇ ਰਹੇ ਹੋ। ਸ਼ੁਕਰੀਆ ਗੁਰਪ੍ਰੀਤ ਸਿੰਘ ਜੀ, ਤੁਸੀਂ ਜਿਹੜੀ ਜਾਣਕਾਰੀ ਵਿਸਥਾਰ 'ਚ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ, ਮੈਂ ਸਮਝਦਾ ਕਿ ਇਹਦੇ ਬਹੁਤ ਪੱਖੀ, ਬਹੁਤ ਪਸਾਰੀ ਪਹਿਲੂ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਬਲੈਕ ਹਿਸਟਰੀ ਮੰਥ ਦੇ ਤੌਰ 'ਤੇ ਨਸਲ, ਚਾਹੇ ਸਿਆਹ ਹੈ ਚਾਹੇ ਕੋਈ ਹੈ, ਉਸ ਦੇ ਨਾਲ ਨਸਲਵਾਦ ਕਿਉਂ ਹੋਵੇ, ਉਸ ਦੇ ਖਿਲਾਫ ਇੱਕ ਪ੍ਰਤੀਕ ਦੇ ਤੌਰ 'ਤੇ ਫਰਵਰੀ ਦਾ ਮਹੀਨਾ। ਸੋ ਅਸੀਂ ਜੇ ਆਪਣੇ ਇਤਿਹਾਸਕ ਜਾਂ ਅਧਿਆਤਮਿਕ ਪ੍ਰਸੰਗ ਦੇ ਪਿੱਛੇ ਵੀ ਜਾ ਕੇ ਦੇਖਦੇ ਹਾਂ ਤੇ ਬਾਬਾ ਫਰੀਦ ਜੀ ਦੇ ਪਾਵਨ ਬਚਨ ਨੇ, ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਬੀਰ ਜੀ ਦੇ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ, ਮਨੁੱਖਤਾਵਾਦੀ ਸੋਚ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਜੀਤ, ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸਿਓ ਕਿਆ ਰੀਸ। ਭਾਵ ਇਹ ਹੈ ਕਿ ਜਿਹੜਾ ਇਸ ਤਰ੍ਹਾਂ ਦਾ ਵਿਤਕਰਾ ਸੀ, ਕਿਵੇਂ ਭਾਰਤ ਦੇ ਅੰਦਰ ਵੀ ਬਹੁਤ ਚਿਰ ਤੋਂ, ਸਦੀਆਂ ਤੋਂ, ਬਲਕਿ ਹਜ਼ਾਰਾਂ ਸਾਲਾਂ ਤੋਂ ਹੋ ਰਿਹਾ ਤੇ ਅੱਜ ਵੀ ਜਾਰੀ ਹੈ। ਜਿਸ ਤਰ੍ਹਾਂ ਦੀ ਇੱਕ ਮਿਸਾਲ ਬੜੀ ਕਮਾਲ ਦੀ ਦਿੱਤੀ ਗਈ ਹੈ ਕਿ ਇੱਕ ਕਤਾਰ ਦੇ ਵਿੱਚ ਬੈਠ ਕੇ ਬੱਸ ਦੇ ਵਿੱਚ ਸਫ਼ਰ ਨਹੀਂ ਸਨ ਕਰ ਸਕਦੇ ਸਿਆਹ ਮੂਲ ਦੇ ਲੋਕ ਤੇ ਚਿੱਟੇ ਲੋਕ। ਇਸ ਤਰੀਕੇ ਨਾਲ ਇੱਕ ਖੂਹ ਤੋਂ ਪਾਣੀ ਨਹੀਂ ਭਰ ਸਕਦੇ ਉਹ ਲੋਕ ਜਿਨ੍ਹਾਂ ਨੂੰ ਨੀਵੀਂ ਜਾਤ ਵਾਲੇ ਕਿਹਾ ਜਾਂਦਾ ਹੈ, ਤੇ ਜਿਹੜੇ ਉੱਚੀ ਜਾਤ ਵਾਲੇ ਆ। ਅੱਜ ਦੀ ਤਾਰੀਖ ਦੇ ਵਿੱਚ, ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ, ਕਈ ਇਹੋ ਜਿਹੇ ਭਾਰਤ ਦੇ ਸੂਬੇ ਨੇ ਜਿੱਥੇ ਵਿਆਹ ਸ਼ਾਦੀ ਲਈ ਇੱਕ ਜਿਸ ਨੂੰ ਸੋ ਕਾਲਡ ਨੀਵੀਂ ਜਾਤ ਕਿਹਾ ਜਾਂਦਾ ਹੈ, ਉਹਦਾ ਜਿਹੜਾ ਲਾੜਾ ਘੋੜੀ 'ਤੇ ਸਵਾਰ ਨਹੀਂ ਹੋ ਸਕਦਾ। ਜਾਂ ਇੱਥੋਂ ਤੱਕ ਕਿ ਉਸ ਨੂੰ ਜਦੋਂ ਸ਼ਮਸ਼ਾਨ ਘਾਟ ਦੇ ਵਿੱਚ ਵੀ ਸੰਸਕਾਰ ਕਰਨਾ, ਉਹ ਵੀ ਉਸ ਦੀ ਵੱਖਰੀ ਹੈ। ਉਹਨਾਂ ਲਈ ਉੱਥੇ ਮੁਰਦਾ ਵੀ ਨਹੀਂ ਫੂਕਿਆ ਜਾ ਸਕਦਾ। ਸੋ ਜਿੰਨਾ ਦਿਲ ਵਲੂੰਦਰਨ ਵਾਲਾ ਇਹ ਹਾਲ ਹੈ, ਇਸ ਕਰਕੇ ਇਹ ਸਿਆਹ ਨਸਲ ਦੇ ਲੋਕਾਂ ਦੇ ਨਾਲ ਹੀ ਨਹੀਂ, ਬਲਕਿ ਅੱਜ ਵੀ ਦੁਨੀਆ ਭਰ ਦੇ ਵਿੱਚ ਬਹੁਤ ਸਾਰੇ ਭਾਈਚਾਰਿਆਂ ਨਾਲ, ਕੌਮਾਂ ਨਾਲ ਇਸ ਤਰ੍ਹਾਂ ਦਾ ਨਸਲਵਾਦ ਹੋ ਰਿਹਾ ਹੈ। ਪਰ ਇਸ ਸਬੰਧ ਦੇ ਵਿੱਚ ਜਦੋਂ ਅਸੀਂ ਇਸ ਨੂੰ ਇੱਕ ਆਧਾਰ ਵਿਚਾਰ ਦੇ ਕੇਂਦਰ ਬਿੰਦੂ ਵਜੋਂ ਬਚਾਉਣੇ ਆ, ਤਾਂ ਜਿਵੇਂ ਕੋਵਿਡ ਦੇ ਦਿਨਾਂ ਦੀ ਚਾਈਨੀ ਭਾਈਚਾਰੇ ਨਾਲ ਹੋਈਆਂ ਧੱਕੇਸ਼ਾਹੀਆਂ ਦੀ ਗੱਲਬਾਤ ਵੀ ਇਸ ਦੇ ਅੰਤਰਗਤ ਵਿਚਾਰਦੇ ਹਾਂ, ਉਹ ਸਾਰੇ ਪਹਿਲੂਆਂ ਨੂੰ। ਸੋ ਜਾਣਕਾਰੀ 'ਚ ਵਾਧਾ ਹੁੰਦਾ ਹੈ। ਰੋਜ਼ਾ ਪਾਰਕ ਦੀ ਗੱਲ ਥੋੜ੍ਹੀ ਜਿਹੀ ਹੋਰ ਕਰਨੀ ਚਾਹਾਂਗੇ ਕਿ ਜਿਸ ਤਰੀਕੇ ਨਾਲ ਜਦੋਂ ਉਹਨਾਂ ਨੇ ਆਪਣੇ ਜੀਵਨ ਦਾ ਇਹ ਸੰਘਰਸ਼ ਆਰੰਭਿਆ ਜਾਂ ਉਹਨਾਂ ਨੇ ਪੈੜਾਂ ਪਾਈਆਂ, ਜਿਵੇਂ ਤੁਸੀਂ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ, ਉਹਨਾਂ ਦੇ ਉਸ ਸਮੇਂ ਰਾਜਨੀਤਿਕ ਜੋ ਹਾਲਾਤ ਸਨ, ਜੋ ਉਸ ਦਾ ਰਿਐਕਸ਼ਨ ਹੋਇਆ, ਪ੍ਰਤੀਕਰਮ ਹੋਇਆ, ਜਾਂ ਅਖੀਰ ਤੱਕ ਜੋ ਉਹਨਾਂ ਨੇ ਸੰਘਰਸ਼ ਲੜਿਆ, ਉਹਦੇ ਬਾਰੇ ਕੁਝ ਹੋਰ ਚਾਨਣਾ ਪਾਓ। ਦੇਖੋ, ਚੁਣੌਤੀਆਂ ਨੂੰ ਬਹੁਤ ਆਈਆਂ ਰੋਜ਼ਾ ਪਾਰਕਸ ਨੂੰ, ਧਮਕੀਆਂ ਵੀ ਗੰਦੀਆਂ ਆਉਂਦੀਆਂ ਰਹੀਆਂ। ਇੱਕ ਵਾਰੀ ਤਾਂ ਇੱਕ ਸਟੇਜ ਆਈ ਜਦੋਂ ਕਾਫੀ ਸੰਘਰਸ਼ ਅੱਗੇ ਜਾ ਚੁੱਕਾ ਸੀਗਾ ਜੀ, ਔਰ ਸਫਲਤਾ ਵੀ ਹਾਸਲ ਕਰ ਲਈ, ਤਾਂ ਧਮਕੀਆਂ ਦੇ ਚਲਦਿਆਂ ਉਹਨਾਂ ਨੂੰ
ਅਲਬਾਮਾ ਦਾ ਇਲਾਕਾ ਛੱਡਣਾ ਪਿਆ। ਅਖੀਰ 'ਚ ਜਿਹੜਾ ਸਮਾਂ ਸੀ ਜ਼ਿੰਦਗੀ ਦਾ ਉਹਨਾਂ ਦਾ ਡੈਟਰੋਇਟ ਜਾ ਕੇ ਉਹਨਾਂ ਨੇ ਬਤੀਤ ਕੀਤਾ। ਤੇ ਡੈਟਰੋਇਟ ਥੋੜ੍ਹਾ ਜਿਹਾ ਮਾਹੌਲ ਸੁਖਾਵਾਂ ਸੀ, ਹਾਲਾਂਕਿ ਨਸਲਵਾਦ ਉੱਥੇ ਵੀ ਹੈ ਸੀ, ਇਹ ਨਹੀਂ ਪਰ ਕਿਸੇ ਨਹੀਂ ਸੀਗਾ, ਪਰ ਥੋੜ੍ਹਾ ਵੱਖਰੇਵਾਂ ਸੀ। ਉੱਥੇ ਜਾ ਕੇ ਥੋੜ੍ਹੀ ਜਿਹੀ ਖੁੱਲੀ ਫਿਜ਼ਾ 'ਚ ਉਹਨਾਂ ਨੇ ਸਾਹ ਲਿਆ। ਸੋ ਅਖੀਰਲਾ ਸਮਾਂ ਡੈਟਰੋਇਟ ਜਾ ਕੇ ਗੁਜ਼ਾਰਨਾ ਪਿਆ ਜ਼ਿੰਦਗੀ ਦੇ ਅਖੀਰਲੇ ਸਾਲ। ਉਹ ਇਹ ਦੱਸਦਾ ਕਿ ਕਿੰਨਾ ਔਖਾ ਸਮਾਂ ਹੋਣਾ ਐਲਾਬਾਮਾ 'ਚ ਰਹਿ ਕੇ। ਪਹਿਲਾਂ ਤਾਂ ਲੜਾਈ ਵੇਲੇ ਧਮਕੀਆਂ, ਸੋ ਉਸ ਲੜਾਈ ਦੇ ਚੱਲਦਿਆਂ ਵੇਖੋ ਮਾਰਟਿਨ ਲੂਥਰ ਕਿੰਗ ਜੂਨੀਅਰ 'ਤੇ ਵੀ ਹਮਲਾ ਕੀਤਾ ਗਿਆ ਸੀਗਾ, ਕਿਉਂਕਿ ਮਾਰਟਿਨ ਲੂਥਰ ਕਿੰਗ ਜੂਨੀਅਰ ਉਸ ਲੜਾਈ ਤੋਂ ਪ੍ਰਭਾਵਿਤ ਹੋ ਕੇ ਜਾ ਕੇ ਉਸ ਲੜਾਈ ਦਾ ਹਿੱਸਾ ਬਣੇ ਕਿ ਜਿਹੜਾ ਬੱਸਾਂ ਦੇ ਵਿੱਚ ਜੋ ਵਿਤਕਰਾ ਹੋ ਰਿਹਾ ਕਾਨੂੰਨ ਇਹ ਬੰਦ ਹੋਵੇ, ਉਸ ਦੇ ਖਿਲਾਫ ਉਹ ਵੀ ਉਸ ਦਾ ਹਿੱਸਾ ਬਣੇ। ਰੋਜ਼ਾ ਪਾਰਕਸ ਦੀ ਮਤਲਬ ਐਡੀ ਕਿ ਮਤਲਬ ਸੀਗੀ ਉਹਦੀ ਕੰਟਰੀਬਿਊਸ਼ਨ ਕਿ ਇੱਕ ਵੱਡੇ ਜਿਹੜੇ ਨੇਤਾ ਨੂੰ ਵੀ ਨਾਲ ਕੀਲ ਲਿਆ ਉਹਨਾਂ ਨੇ। ਹੁਣ ਉਹਦੇ ਵਿੱਚ ਉਹਨਾਂ 'ਤੇ ਵੀ ਹਮਲਾ ਹੋਇਆ ਔਰ ਇਹਨਾਂ ਨੂੰ ਧਮਕੀਆਂ ਮਿਲ ਰਹੀ ਸੀ, ਜਿਹਦੇ ਕਰਕੇ ਉਹਨਾਂ ਨੂੰ ਅਲਬਾਮਾ ਛੱਡਣਾ ਪਿਆ, ਡੈਟਰੋਇਟ ਜਾਣਾ ਪਿਆ। ਡੈਟਰੋਇਟ ਜਾ ਕੇ ਜ਼ਿੰਦਗੀ ਦਾ ਅਖੀਰਲਾ ਸਮਾਂ ਗੁਜ਼ਾਰਿਆ। ਤੁਸੀਂ ਇਸ ਤੋਂ ਅਨੁਮਾਨ ਲਾ ਲਓ ਕਿ ਕਿੰਨਾ ਔਖਾ ਸਮਾਂ ਰਿਹਾ ਹੋਊਗਾ। ਇੱਕ ਉਹ ਕਾਲੀ ਔਰਤ ਔਰ ਲਿੰਗ ਕਰਕੇ ਅਤੇ ਨਸਲ ਕਰਕੇ ਦੋਨਾਂ ਪੱਖਾਂ ਤੋਂ ਉਸਨੂੰ ਇਹ ਮੁਸ਼ਕਿਲਾਂ ਆਉਂਦੀਆਂ ਰਹੀਆਂ ਨੇ। ਈਵਨ ਜਿਹੜੀ ਉਹ ਸਿਆਹ ਨਸਲ ਦੇ ਲੋਕਾਂ ਦੀ ਮੂਵਮੈਂਟ ਸੀ, ਉਸ ਵਿੱਚ ਉਸ ਮਹਿਸੂਸ ਕਰਦੀ ਸੀ ਕਿ ਵੀ ਜਿਹੜੀ ਔਰਤਾਂ ਨੂੰ ਕਿਉਂ ਅਹਿਮ ਰੋਲ ਨਹੀਂ ਦਿੱਤਾ ਜਾ ਰਿਹਾ। ਉਹ ਆਮ ਤੌਰ 'ਤੇ ਸੈਕਟਰੀ ਦੇ ਤੌਰ 'ਤੇ ਹੀ ਕੰਮ ਕਰਦੀਆਂ, ਸੋ ਇਸ 'ਤੇ ਵੀ ਇਤਰਾਜ਼ ਕਰਦੀ ਹੁੰਦੀ ਸੀ ਉਹ। ਯਾਨੀ ਉਸ ਮੂਵਮੈਂਟ ਵਿੱਚ ਰਹਿ ਕੇ ਵੀ ਉਸਨੇ ਇਹਨਾਂ ਗੱਲਾਂ ਉੱਤੇ ਕਿੰਤੂ ਪਰੰਤੂ ਕੀਤਾ। ਸੋ ਇਹ ਮੈਂ ਸਮਝਦਾ ਉਸਦੀ ਇੱਕ ਵਿਲੱਖਣਤਾ, ਵਿਸ਼ੇਸ਼ਤਾ ਅਤੇ ਮਹਾਨਤਾ ਸੀ। ਔਰ ਖੁਦ ਉਸਨੇ ਹੰਢਾਇਆ ਸਾਰਾ ਕੁਛ, ਛੋਟੀ ਉਮਰੇ, ਬਾਅਦ 'ਚ ਵੱਡੀ ਹੋ ਕੇ ਵੀ ਦੇਖਿਆ। ਤਾਂ ਇਸ ਕਰਕੇ ਮੈਂ ਸਮਝਦਾ ਕਿ ਉਸਨੂੰ ਸਾਰੇ ਪੜਾਵਾਂ ਤੋਂ ਵੇਖਿਆ ਜਾਵੇ ਤਾਂ ਉਸਦੀ ਬਹੁਪੱਖੀ ਸ਼ਖਸੀਅਤ ਨਿਖੜ ਕੇ ਸਾਹਮਣੇ ਆਈ ਜਦੋਂ ਬੱਸਾਂ ਨਾਲ ਘੋਲ ਚੱਲਿਆ, ਪਰ ਉਸ ਤੋਂ ਪਹਿਲਾਂ ਜ਼ਮੀਨ ਤਿਆਰ ਹੋ ਚੁੱਕੀ ਸੀ। ਇੱਕ ਮੈਂ ਹੋਰ ਗੱਲ ਕਲੀਅਰ ਕਰਨਾ ਚਾਹੁੰਦਾ ਗੁਰਵਿੰਦਰ ਸਿੰਘ ਜੀ, ਆਮ ਲੋਕਾਂ ਦਾ ਇਹ ਮੰਨਣਾ ਕਿ ਉਹ ਇੱਕ ਘਟਨਾ ਮਤਲਬ ਜਿਹੜੀ ਵਾਪਰੀ ਬੱਸ ਵਾਲੀ, ਉਹ ਐਵੇਂ ਹੀ ਮਤਲਬ ਜਿਹਨੂੰ ਕਹਿੰਦੇ ਕਿ ਅਚਨਚੇਤੀ ਵਾਪਰ ਗਈ, ਉਹਦੇ ਕਰਕੇ ਉਹ ਨਾਇਕਾ ਬਣ ਗਈ। ਇਹ ਗੱਲ ਸਹੀ ਨਹੀਂ ਹੈ, ਕਿਉਂਕਿ ਉਹ ਐਕਟਿਵਿਸਟ ਪਹਿਲਾਂ ਵੀ ਸੀਗੀ। ਬਕਾਇਦਾ ਇਹ ਮਿਥਿਆ ਪ੍ਰੋਗਰਾਮ ਸੀਗਾ ਕਿ ਰੋਜ਼ਾ ਪਾਰਕਸ ਨੂੰ ਇਸ ਕੰਮ ਲਈ ਬੱਸ 'ਚ ਚਾੜਿਆ ਜਾਵੇ ਤਾਂ ਜੋ ਅਸੀਂ ਲੜਾਈ ਕਾਨੂੰਨੀ ਤੌਰ 'ਤੇ ਲੜ ਕੇ ਜਿੱਤੀਏ। ਸੋ ਪਹਿਲਾਂ ਰੋਜ਼ਾ ਪਾਰਕਸ ਬੱਸ 'ਚ ਚੜ੍ਹਦੀ ਹੈ, ਸੇਮ ਡਰਾਈਵਰ ਉਹਨੂੰ ਬੱਸ 'ਚੋਂ ਕੱਢ ਦਿੰਦਾ ਜਦੋਂ ਅਜਿਹੀ ਮਤਲਬ ਆੜੀ ਫਸੀ ਕਰਦੀ ਹੈ। ਦੂਜੀ ਵਾਰ ਜਦੋਂ ਪੂਰੀ ਤਰ੍ਹਾਂ ਵਿਚਾਰਬੰਦ ਹੋ ਕੇ ਜਾ ਕੇ ਉਸੇ ਬੱਸ 'ਚ ਚੜ੍ਹਦੀ ਹੈ, ਉਸੇ ਡਰਾਈਵਰ ਦੀ ਰਹਿਨੁਮਾਈ ਹੇਠਾਂ, ਉਦੋਂ ਉਹ ਅੜ ਜਾਂਦੀ ਜਦੋਂ ਗ੍ਰਿਫਤਾਰੀ ਹੁੰਦੀ। ਜਿਹਦਾ ਮਤਲਬ ਇਹ ਹੋਇਆ ਕਿ ਇਸ ਵਕਤ ਹੋ ਸਕਦਾ ਕਿ ਉਹੀ ਡਰਾਈਵਰ ਹੋਵੇ, ਦੋ ਮੌਕਿਆਂ 'ਤੇ ਗੱਲ ਹੋਈ ਹੋਵੇ, ਇੱਕ 'ਚ ਉਹਨੂੰ ਬੱਸੋਂ ਬਾਹਰ ਕੱਢ ਦਿੱਤਾ ਗਿਆ, ਦੂਜੀ 'ਚ ਉਹ ਅੜੀ ਰਹੀ ਅਤੇ ਗ੍ਰਿਫਤਾਰੀ ਦਿੱਤੀ ਹੋਵੇ। ਸੋ ਸਾਰਾ ਕੁਛ ਮਿਚ ਕੇ ਪ੍ਰੋਗਰਾਮ ਕੀਤਾ ਗਿਆ ਕਿ ਇਸ ਦੀ ਕ੍ਰੈਡੀਬਿਲਿਟੀ ਹੈ, ਇੱਜ਼ਤਦਾਰ ਔਰਤ ਆ, ਇਸ ਨੂੰ ਮੂਹਰੇ ਕਰਕੇ ਇਹ ਲੜਾਈ ਕਾਨੂੰਨੀ ਤੌਰ 'ਤੇ ਲੜੀ ਜਾਵੇ। ਜਦੋਂ ਕੋਰਟ ਦੇ ਵਿੱਚ ਇਹ ਕੇਸ ਗਿਆ ਅਤੇ ਕੋਰਟ ਦੇ ਵਿੱਚ ਬਾਕਾਇਦਾ ਉਸਦੇ ਵਕੀਲ ਨੇ ਤੈਅ ਕੀਤਾ ਹੋਇਆ ਸੀ ਕਿ ਤੂੰ ਆਪਣੀ ਸਫਾਈ 'ਚ ਕੁਛ ਨਹੀਂ ਕਹਿਣਾ, ਕੋਰਟ ਤੈਨੂੰ ਗਿਲਟੀ ਕਰੂਗੀ, ਅਸੀਂ ਉੱਪਰਲੀ ਕੋਰਟ 'ਚ ਜਾ ਕੇ ਨਾ ਸਿਰਫ ਤੈਨੂੰ ਬਰੀ ਕਰਾਵਾਂਗੇ, ਕਾਨੂੰਨ ਵੀ ਖਤਮ ਕਰਾਵਾਂਗੇ। ਇਹ ਉਹਨਾਂ ਦਾ ਪੈਂਤੜਾ ਸੀ। ਸੋ ਜਦੋਂ ਕੋਰਟ ਨੇ ਉਹਨੂੰ ਦੋਸ਼ੀ ਕਰਾਰ ਦਿੱਤਾ, ਜੁਰਮਾਨਾ ਲਾ ਦਿੱਤਾ ਗਿਆ, ਫਿਰ ਉਹਨਾਂ ਨੇ ਉੱਪਰਲੀ ਕੋਰਟ 'ਚ ਅਪੀਲ ਕੀਤੀ, ਜਿੱਥੇ ਕੋਰਟ ਨੇ ਜਾ ਕੇ ਕਿਹਾ ਕਿ ਕਾਨੂੰਨ ਹੀ ਗਲਤ ਆ। ਉਦੋਂ ਕਾਨੂੰਨ ਦੇ ਰੱਦ ਹੋਣ ਦੇ ਲਈ ਜ਼ਮੀਨ ਤਿਆਰ ਹੋਈ। ਸੋ ਬਹੁਤ ਦਿਮਾਗੀ ਤੌਰ 'ਤੇ, ਰਣਨੀਤਿਕ ਤੌਰ 'ਤੇ ਇਹ ਲੜਾਈ ਲੜੀ ਗਈ ਹੈ। ਇਹ ਇੱਦਾਂ ਨਹੀਂ ਕੋਈ ਐਕਸੀਡੈਂਟ ਹੋਇਆ ਤਾਂ ਉਸ ਦੇ ਵਿੱਚੋਂ ਕੋਈ ਹੀਰੋ ਬਣ ਕੇ ਉੱਭਰ ਆਇਆ। ਸੋ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਲੈਂਦੇ ਹਾਂ ਲੋਕਾਂ ਤੋਂ, ਤਾਂ ਅਸੀਂ ਇਹੋ ਜਿਹੇ ਭਰਮ ਫੈਲਾਉਣ ਲੱਗ ਪੈਂਦੇ ਕਿ ਸ਼ਾਇਦ ਉਹ ਰੋਜ਼ਾ ਪਾਰਕਸ ਇੱਕ ਘਟਨਾ ਕਰਕੇ ਹੀਰੋ ਬਣੀ ਹੈ, ਅਤੇ ਜਿਹੜਾ ਉਸਦਾ ਕੁੱਲ ਮਿਲਾ ਕੇ ਜਿਹੜਾ ਹੁਣ ਤੱਕ ਦਾ ਯੋਗਦਾਨ ਸੀ ਉਸ 'ਤੇ ਅਸੀਂ ਪੋਚਾ ਫੇਰ ਦਿੰਦੇ ਹਾਂ। ਮੇਰਾ ਖਿਆਲ ਉਹ ਜ਼ਿਆਦਤੀ ਹੁੰਦੀ। ਇਹ ਗੱਲ ਵੀ ਵਿਚਾਰਨ ਵਾਲੀ ਹੈ ਕਿ ਜਿਸ ਕਾਲੇ ਕਾਨੂੰਨ ਦੇ ਖਿਲਾਫ ਨਿਰੰਤਰ ਸੰਘਰਸ਼ ਵਜੋਂ ਰੋਜ਼ਾ ਪਾਰਕ ਨੇ ਇਹ ਕਦਮ ਚੁੱਕੇ, ਜਾਂ ਸਿਆਹ ਨਸਲ ਦੇ ਭਾਈਚਾਰੇ ਦੇ ਉਹਨਾਂ ਲੋਕਾਂ ਨੇ ਮਿਲ ਕੇ ਇਸ ਲਈ ਇੱਕ ਯੋਜਨਾਬੱਧ ਢੰਗ ਦੇ ਨਾਲ ਉਪਰਾਲਾ ਕੀਤਾ, ਉਹ ਇੱਕ ਸ਼ਲਾਘਾਯੋਗ ਵੀ ਹੈ। ਇਹ ਗੱਲ ਇੱਥੇ ਮਿਸਾਲ ਦੇ ਤੌਰ 'ਤੇ ਦੇਣੀ ਬਣਦੀ ਹੈ ਕਿ ਕਈ ਵਾਰ ਅਸੀਂ ਸੰਘਰਸ਼ਾਂ ਨੂੰ ਇਸ ਤਰੀਕੇ ਨਾਲ ਬਿਆਨ ਕਰ ਦਿੰਦੇ ਹਾਂ ਕਿ ਅਚਨਚੇਤੀ ਕੋਈ ਹੋਈ ਘਟਨਾ ਹੈ। ਰੋਜ਼ਾ ਪਾਰਕ ਦੀ ਇਹ ਮਿਸਾਲ ਹੈ, ਕਿਉਂਕਿ ਇਹ ਉਸੇ ਸਮੇਂ ਇਹਨਾਂ ਨੇ ਜਨਮ ਲਿਆ ਜਦੋਂ ਗਦਰ ਲਹਿਰ ਆਰੰਭ ਹੋਈ 1913 ਦੇ ਵਿੱਚ ਅਮਰੀਕਾ ਦੀ ਧਰਤੀ 'ਤੇ। ਅਮਰੀਕਾ ਅਤੇ ਕੈਨੇਡਾ ਦੀ ਧਰਤੀ ਉਸ ਵੇਲੇ ਗਦਰੀਆਂ ਦਾ ਗੜ੍ਹ ਸੀ। ਅਸੀਂ ਕਹਿ ਸਕਦੇ ਹਾਂ ਕਿ ਕੈਨੇਡਾ ਦੇ ਵਿੱਚ ਜਿਹੜਾ ਬੂਟਾ ਲਾਇਆ ਗਿਆ ਸੀ, ਅਮਰੀਕਾ ਦੇ ਵਿੱਚ ਉਹ ਪ੍ਰਫੁੱਲਤ ਹੋਇਆ। ਐਨ ਉਸੇ ਸਮੇਂ ਦੌਰਾਨ ਹੀ ਕੈਨੇਡਾ ਦੀ ਧਰਤੀ 'ਤੇ ਕਾਮਾਗਾਟਾ ਮਾਰੂ ਗੁਰੂ ਨਾਨਕ ਜਹਾਜ਼ ਆਇਆ। ਕਈ ਇਹ ਭੁੱਲੜ ਕਿਸਮ ਦੇ ਲਿਖਾਰੀ ਜਾਂ ਉਹ ਲੋਕ ਜਿਹੜੇ ਆਲੋਚਕ ਨੇ, ਉਹ ਇਹ ਗੱਲ ਆਖ ਦਿੰਦੇ ਨੇ ਕਿ ਅਚਨਚੇਤੀ ਇੱਕ ਜਹਾਜ਼ ਇੱਥੇ ਆਇਆ ਅਤੇ ਜਹਾਜ਼ ਨੂੰ ਬਾਬਾ ਗੁਰਦਿੱਤ ਸਿੰਘ ਜੀ ਲੈ ਕੇ ਆਏ ਅਤੇ ਉਹਨਾਂ ਦਾ ਵਪਾਰੀ ਸੋਚ ਸੀ। ਨਹੀਂ, ਉਸ ਦੇ ਪਿੱਛੇ ਜਾਓ, ਗਦਰ ਲਹਿਰ ਦੇ ਜਿਹੜੇ ਵੱਡੇ ਯੋਧੇ ਸਨ, ਭਾਈ ਭਾਗ ਸਿੰਘ ਜੀ, ਭਾਈ ਬਲਵੰਤ ਸਿੰਘ ਜੀ ਜਾਂ ਹੋਰ ਉਹ ਸ਼ਖਸੀਅਤਾਂ, ਉਹਨਾਂ ਦੇ ਨਾਲ ਇੱਕ ਤਾਲਮੇਲ ਬੈਠਾ ਸੀ। ਉਹਨਾਂ ਦਾ ਇਹ ਤਾਲਮੇਲ ਸੀ ਕਿ ਕੰਟੀਨਿਊਸ ਜਰਨੀ ਇੱਕ ਕਾਲਾ ਕਾਨੂੰਨ ਸੀ। ਕੈਨੇਡਾ ਦੇ ਵਿੱਚ ਉਹ ਕਾਲਾ ਕਾਨੂੰਨ ਸੀ ਜਿਹੜਾ ਨਿਰੰਤਰ ਯਾਤਰਾ ਦੇ ਤੌਰ 'ਤੇ ਜਿਹਨੇ ਆਉਣਾ ਉਹ ਭਾਰਤ ਤੋਂ ਸਿੱਧਾ ਆਵੇ, ਵਿਚਕਾਰ ਕੋਈ ਚੜ੍ਹ ਨਹੀਂ ਸਕਦਾ।
ਉਸ ਨੂੰ ਚੁਣੌਤੀ ਦੇਣ ਦੇ ਵਾਸਤੇ ਇੱਕ ਯੋਜਨਾਬੱਧ ਢੰਗ ਦੇ ਨਾਲ ਅਜਿਹਾ ਉਪਰਾਲਾ ਕੀਤਾ ਗਿਆ ਕਿ ਉਸ ਜਹਾਜ਼ ਨੂੰ ਇੱਥੇ ਲਿਆਂਦਾ ਗਿਆ, ਮੁਸਾਫਰਾਂ ਨੂੰ ਰਾਹ 'ਚ ਚਾੜ੍ਹਿਆ ਗਿਆ ਅਤੇ ਇੱਥੇ ਆ ਕੇ ਇਸ ਨੂੰ ਚੁਣੌਤੀ ਦਿੱਤੀ ਗਈ। ਸੋ ਬੜੀ ਦਿਲਚਸਪ ਗੱਲ ਹੈ ਕਿ ਜਿਹੜੇ ਕਰਮਯੋਗੀ ਜਾਂ ਜਿਹੜੇ ਐਕਟਿਵਿਸਟ ਹੁੰਦੇ ਨੇ ਉਹ ਆਪਣੀ ਸਰਗਰਮੀ ਨੂੰ ਨਿਰੰਤਰ ਰੂਪ ਦੇ ਵਿੱਚ ਰੱਖਦੇ ਨੇ। ਕਈ ਵਾਰ ਜਿਨ੍ਹਾਂ ਨੂੰ ਸਮਝ ਨਹੀਂ ਹੁੰਦੀ ਉਹਨੂੰ ਤੋੜ ਕੇ ਹਿੱਸਿਆਂ ਦੇ ਵਿੱਚ ਦੇਖਦੇ ਨੇ। ਤੁਸੀਂ ਬੜਾ ਵਧੀਆ ਕੀਤਾ ਜਿਹੜਾ ਇਹ ਨੁਕਤਾ ਚੁੱਕਿਆ ਗੁਰਵਿੰਦਰ ਸਿੰਘ ਜੀ, ਕਿਉਂਕਿ ਜ਼ੁਲਮੀ ਕਥਾ ਜਿਹੜੀ ਬਾਬਾ ਜੀ ਨੇ ਲਿਖੀ ਆਪ, ਉਹ ਲੋਕਾਂ ਨੂੰ ਪੜ੍ਹਨੀ ਚਾਹੀਦੀ। ਉਹ ਸਾਰੇ ਜਿਹੜੇ ਭੁਲੇਖੇ ਦੂਰ ਕਰ ਦਿੰਦੀ ਕਿਤਾਬ। ਕੋਈ ਸ਼ੱਕ ਨਹੀਂ ਕਿ ਉਹ ਮਿੱਥਿਆ ਪ੍ਰੋਗਰਾਮ ਸੀਗਾ ਕਿ ਜਹਾਜ਼ ਲਿਆਇਆ ਜਾਊਗਾ ਇੱਥੇ, ਅਸੀਂ ਇੱਕੋ ਹੀ ਸਲਤਨਤ ਦੇ ਰਿਆਇਆ ਹੋਣ ਕਰਕੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਦੇ ਹੱਕਦਾਰ ਆ ਜੀ। ਸਾਡੇ ਰਾਜ ਰੁਕਾਵਟ ਨਹੀਂ ਕੋਈ ਡਾ ਸਕਦਾ। ਲੋੜ ਪਈ ਤੇ ਅਦਾਲਤ ਵਿੱਚ ਵੀ ਚਾਰਾਗੋਈ ਕਰਾਂਗੇ। ਇਹ ਬਾਬਾ ਜੀ ਨੇ ਉਦੋਂ ਬਿਆਨ ਵੀ ਦਿੱਤਾ ਸੀਗਾ, ਪਰ ਉਹਨਾਂ ਗੱਲਾਂ ਨੂੰ ਅੱਖੋਂ ਪਰੋਖੇ ਕਰਕੇ ਬੜੇ ਵਾਹੀਆ ਢੰਗ ਨਾਲ ਬਣਾ ਦਿੱਤਾ ਜੀ। ਉਹ ਵਪਾਰ ਕਰਨ ਆਏ ਸੀਗੇ, ਨਹੀਂ ਗੱਲ ਬਣੀ, ਵਾਪਸ ਮੁੜ ਗਏ। ਉਹਨਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਸਾਨੂੰ ਅੱਗੇ ਜਾਣ ਦਿਓ, ਜੇ ਕੈਨੇਡਾ ਸਾਨੂੰ ਨਹੀਂ ਥਾਂ ਦਿੰਦਾ ਕਿਸੇ ਹੋਰ ਦੇਸ਼ ਚੱਲ ਜਾਂਗੇ ਆਪਾਂ, ਪਰ ਅੜੀ ਫਸੀ ਕਰਕੇ ਉਹਨਾਂ ਨੂੰ ਵਾਪਸ ਤੋਰਿਆ ਗਿਆ। ਮੇਨ ਤਾਂ ਉਹਨਾਂ ਨੇ ਪੂਰੇ ਅੰਤਰਰਾਸ਼ਟਰੀ ਮੰਚ 'ਤੇ ਕੈਨੇਡਾ ਦਾ ਹੀ ਪਿਆ ਨੰਗਾ ਕਰ ਦਿੱਤਾ। ਜਿਹੜਾ ਇਸ ਦਾ ਚਿਹਰਾ ਸੀਗਾ ਬਰਤਾਨਵੀ ਸਲਤਨਤ ਦਾ ਕਿ ਅਸੀਂ ਆਪਣੀ ਪ੍ਰਜਾ ਨਾਲ ਇੱਕੋ ਜਿਹਾ ਸਲੂਕ ਕਰਦੇ ਹਾਂ, ਉਹ ਗੱਲ ਨੰਗੀ ਹੋ ਗਈ, ਕਿਉਂਕਿ ਇਹ ਉਪਰਾਲੇ ਜਿਹੜੇ ਸੀਗੇ ਉਸ ਲੜਾਈ ਕੜੀ ਦਾ, ਉਸ ਐਕਟਿਵਿਟੀ ਦਾ ਹਿੱਸਾ ਸਨ। ਰੋਜ਼ਾ ਪਾਰਕਸ ਦੇ ਕੇਸ ਵੀ ਇਹੀ ਹੋਇਆ, ਜ਼ਿਆਦਤੀ ਹੋਈ ਹੈ। ਇੱਕ ਉਹਨੇ ਉਸਦਾ ਪ੍ਰਚਲਿਤ ਕਥਨ ਹੈ ਕਿ ਮੈਂ ਥੱਕ ਗਈ ਸਾਂ। ਉਹਦਾ ਕੀ ਅਰਥ ਦਾ ਅਨਰਥ ਕੀਤਾ ਗਿਆ। ਉਹ ਇਹ ਨਹੀਂ ਸੀ ਕਹਿ ਰਹੀ ਕਿ ਮੈਂ ਥੱਕ ਗਈ ਸੀ ਤਾਂ ਮੈਂ ਕੁਰਸੀ ਤੋਂ ਉੱਠਣਾ ਨਹੀਂ ਸੀ ਚਾਹੁੰਦੀ, ਤਾਂ ਮੈਨੂੰ ਜਬਰੀ ਖਿੱਚ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਮਤਲਬ ਬੜੇ ਵਾਹੀਆ ਢੰਗ ਨਾਲ ਇਹ ਗੱਲ ਪ੍ਰਚਾਰੀ ਗਈ, ਖਾਸ ਤੌਰ 'ਤੇ ਸੱਜੇ ਪੱਖੀ ਮੀਡੀਆ ਵੱਲੋਂ। ਜਦੋਂ ਕਿ ਉਹ ਕਹਿ ਰਹੇ ਸੀ ਕਿ ਮੈਂ ਥੱਕ ਚੁੱਕੀ ਸਾਂ ਕਿ ਮੈਂ ਕਿਉਂ ਬਾਰ-ਬਾਰ ਬੇਇੱਜ਼ਤ ਹੋਵਾਂ ਤੇ ਕਿਉਂ ਨਾ ਆਪਣੀ ਸੀਟ 'ਤੇ ਬੈਠਾਂ, ਕਿਉਂ ਨਾ ਮੈਨੂੰ ਆਪਣੇ ਹੱਕ ਲਈ ਮਤਲਬ ਕਿਉਂ ਨਾ ਮੈਨੂੰ ਮੇਰਾ ਹੱਕ ਮਿਲੇ। ਬਿਲਕੁਲ ਮੈਂ ਅੱਕ ਚੁੱਕੀ ਸੀ ਇਸ ਗੱਲ ਤੋਂ, ਤਾਂ ਕਰਕੇ ਮੈਂ ਇਹ ਲੜਾਈ 'ਚ ਨਿਤਰੀ ਹਾਂ। ਇਸ ਕਥਨ ਨੂੰ ਵਿਗਾੜ ਕੇ ਤੋੜ ਮਰੋੜ ਕੇ ਇਹ ਬਣਾ ਦਿੱਤਾ ਗਿਆ ਕਿ ਬੀਬੀ ਤਾਂ ਥੱਕ ਗਈ ਸੀ ਤਾਂ ਕਰਕੇ ਕੁਰਸੀ 'ਤੇ ਬਹਿ ਗਈ ਸੀ। ਉਹ ਕੋਈ ਇਸ ਤਰ੍ਹਾਂ ਦੀ ਐਕਟਿਵਿਸਟ ਨਹੀਂ ਸੀਗੀ। ਇਸ ਤਰ੍ਹਾਂ ਉਸਦੇ ਸਾਰੇ ਗੌਰਵਮਈ ਇਤਿਹਾਸ ਨੂੰ, ਉਸਦੀ ਦੇਣ ਨੂੰ, ਉਸਦੀ ਕਹਾਣੀ ਨੂੰ ਬਹੁਤ ਘਟਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਾਬਾ ਜੀ ਦੇ ਕੇਸ ਵੀ ਇਹੀ ਹੋਇਆ। ਗੁਰਦੇਵ ਸੋਹਣੀ ਇੱਥੇ ਜਦੋਂ ਆਏ, ਇੱਕ ਸੋਚ ਲੈ ਕੇ ਆਏ ਸੀਗੇ, ਵਿਜ਼ਨ ਸੀ ਉਹਨਾਂ ਕੋਲ ਕਿ ਅਸੀਂ ਜਾਵਾਂਗੇ, ਕਾਨੂੰਨੀ ਚਾਰਾਗੋਈ ਕਰਾਂਗੇ, ਕਿਉਂਕਿ ਸਾਡਾ ਹੱਕ ਬਣਦਾ, ਅਸੀਂ ਉੱਥੇ ਜਾਣ ਦੇ ਹੱਕਦਾਰ, ਅਸੀਂ ਅਦਾਲਤ ਤੱਕ ਜਾਵਾਂਗੇ। ਔਰ ਅਦਾਲਤ ਲੜਾਈ ਲੜੀ ਵੀ ਹੈ ਉਹਨਾਂ ਨੇ, ਇਹ ਨਹੀਂ ਕਿ ਨਹੀਂ ਲੜਾਈ ਉਹਨਾਂ ਨੂੰ ਲੜਾਈ ਲੜਨੀ ਪਈ। ਸ਼ੋਰ ਕਮੇਟੀ ਐਵੇਂ ਤਾਂ ਨਹੀਂ ਬਣ ਗਈ ਇੱਥੇ, ਪਰ ਉਹ ਸਾਰੀਆਂ ਗੱਲਾਂ ਤਾਂ ਸੁਹਾਗਾ ਫੇਰ ਕੇ, ਪੋਚਾ ਫੇਰ ਕੇ ਤੁਸੀਂ ਕਹੋ ਜੀ ਕਿ ਬਾਬਾ ਜੀ ਵਪਾਰ ਕਰਨ ਆਏ ਸੀਗੇ, ਬਿਲਕੁਲ ਉੱਦਾਂ ਹੀ ਜਿਵੇਂ ਰੋਜ਼ਾ ਪਾਰਕਸ ਨਾਲ ਜ਼ਿਆਦਤੀ ਹੋਈ ਆ। ਉਸਦੇ ਇੱਕ ਕਥਨ ਨੂੰ ਤੋੜ ਮੋੜ ਕੇ ਇਹ ਪੇਸ਼ ਕੀਤਾ ਗਿਆ, ਉਹ ਥੱਕ ਗਈ ਸੀਗੀ ਤਾਂ ਕਰਕੇ ਉਹ ਸੀਟ ਤੋਂ ਉੱਠਣ ਤੋਂ ਇਨਕਾਰੀ ਹੋਈ ਹੈ ਔਰ ਉਸਦੀ ਗ੍ਰਿਫਤਾਰੀ ਹੋਈ। ਗੱਲ ਬਿਲਕੁਲ ਇਹ ਨੁਕਤੇ ਦੇ ਉੱਪਰ ਇੱਥੇ ਆਉਂਦੀ ਹੈ ਕਿ ਜਿਹੜੇ ਲੋਕ ਸਰਗਰਮੀ ਦੇ ਨਾਲ ਕਿਸੇ ਸਥਾਪਤੀ ਦੇ ਖਿਲਾਫ, ਜ਼ਬਰ ਦੇ ਖਿਲਾਫ ਲੜਦੇ ਨੇ, ਤਾਂ ਉਹਨਾਂ ਦੀ ਮਾਨਸਿਕ ਅਵਸਥਾ ਜਿਹੜੀ ਹੈ ਨਿਰੰਤਰ ਆਰੰਭ ਤੋਂ ਲੈ ਕੇ ਅਖੀਰ ਤੱਕ ਚੱਲਦੀ ਹੈ। ਜਿਹੜਾ ਸ਼ੁਰੂ ਦੇ ਵਿੱਚ ਜਿਸ ਪਰਿਵਾਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਰੋਜ਼ਾ ਪਾਰਕ ਦਾ, ਜਿਵੇਂ ਸਿਆਹ ਪਰਿਵਾਰ ਦੇ ਵਿੱਚ ਪਰਵਰਿਸ਼ ਹੋਈ, ਛੋਟੇ ਹੁੰਦਿਆਂ ਹੀ ਉਹਨਾਂ ਨੇ ਕਿੰਨਾ ਕੁਝ ਤੱਕਿਆ ਹੋਣਾ, ਕਿੰਨਾ ਕੁਝ ਮਹਿਸੂਸ ਕੀਤਾ ਹੋਣਾ। ਇਹ ਗੱਲ ਸੱਚ ਅੱਜ ਵੀ ਹੈ। ਜਿਹੜੇ ਲੋਕ ਕਿਸੇ ਖਾਸ ਭਾਈਚਾਰੇ ਦੇ ਵਿੱਚ ਜਨਮਦੇ ਨੇ, ਜਿਸ ਨੂੰ ਕੋਈ ਨੀਵਾਂ ਭਾਈਚਾਰਾ ਕਿਹਾ ਜਾਂਦਾ ਜਾਂ ਬਰਾਦਰੀ ਕਿਹਾ ਜਾਂਦਾ, ਉਹ ਕਿਸ ਕਿਸਮ ਦੇ ਮਾਹੌਲ ਦਾ ਸ਼ਿਕਾਰ ਹੋ ਰਹੇ ਨੇ। ਹੁਣ ਅਸੀਂ ਜਿਹੜੇ ਚਿੱਟੇ ਲੋਕਾਂ ਦੇ ਨਸਲਵਾਦ ਦੀ ਗੱਲ ਕਰੀਏ, ਕਾਲਿਆਂ ਦੇ ਖਿਲਾਫ, ਅੱਜ ਦੀ ਧਰਤੀ ਜਦੋਂ ਸੰਸਾਰ ਦੇ ਵਿੱਚ ਅਸੀਂ ਕਹਿੰਦੇ ਅਗਾਂਹ ਵਧੂ ਸੋਚ ਬੜੀ ਪਣਪ ਚੁੱਕੀ ਹੈ, ਅੱਜ ਵੀ ਕੀ ਇਹ ਸਭ ਕੁਝ ਖਤਮ ਹੋ ਗਿਆ? ਨਹੀਂ, ਅੱਜ ਵੀ ਬਹੁਤ ਦੇਸ਼ਾਂ ਦੇ ਵਿੱਚ ਅਜੇ ਵੀ ਇਹ ਚਰਚਾ ਚੱਲਦੀ ਹੈ, ਜਿਸ ਨੂੰ ਕਿ ਵਾਈਟ ਸੁਪਰਮੇਸੀ ਕਿਹਾ ਜਾਂਦਾ, ਚਿੱਟਾ ਨਸਲਵਾਦ ਕਿਹਾ ਜਾਂਦਾ ਹੈ, ਕਾਲੇ ਲੋਕਾਂ ਦੇ, ਸਿਆਹ ਲੋਕਾਂ ਦੇ ਖਿਲਾਫ। ਕੀ ਅਮਰੀਕਾ ਦੇ ਵਿੱਚ ਪਿੱਛੇ ਜੇ ਹੋਈਆਂ ਚੋਣਾਂ, ਜਦੋਂ ਟਰੰਪ ਰਾਸ਼ਟਰਪਤੀ ਬਣਿਆ, ਕੀ ਇਹ ਤੱਥ ਭਾਰੂ ਨਹੀਂ ਸੀ? ਕੀ ਇਸ ਗੱਲ ਨੇ ਆਪਣਾ ਰੰਗ ਨਹੀਂ ਦਿਖਾਇਆ? ਕਿ ਉਸ ਵਿਅਕਤੀ ਦਾ ਜਿੱਤਣਾ ਅਚਨਚੇਤ ਜਾਂ ਸਬੱਬ ਸੀ? ਨਹੀਂ, ਇੱਕ ਢਾਂਚਾਗਤ ਨਸਲਵਾਦ ਜਿਹੜਾ ਹੈ ਉਹਦਾ ਪ੍ਰਤੀਕ ਸੀ। ਕੈਨੇਡਾ ਦੇ ਵਿੱਚ ਢਾਂਚਾਗਤ ਨਸਲਵਾਦ ਦੀਆਂ ਉਦਾਹਰਨਾਂ RCMP ਦੇ ਵਿੱਚ ਵੀ ਮਿਲੀਆਂ ਜਾਂ ਹੁਣ ਵੀ ਮਿਲ ਰਹੀਆਂ ਨੇ। ਸਿਸਟਮ ਦੇ ਵਿੱਚ ਜਿਹੜਾ ਲਗਾਤਾਰ ਸਿਸਟਮੈਟਿਕ ਰੇਸਿਜ਼ਮ ਜਿਹੜਾ ਚੱਲ ਰਿਹਾ, ਉਸ ਦੇ ਖਿਲਾਫ ਅਸੀਂ ਆਵਾਜ਼ ਬੁਲੰਦ ਕਿੰਨੀ ਕੁ ਕਰਦੇ ਹਾਂ? ਜਾਂ ਜਿਸ ਤਰੀਕੇ ਨਾਲ ਘਟਨਾਵਾਂ ਹੁੰਦੀਆਂ, ਵੈਕਸੀਨ ਦੀ ਘਟਨਾ ਨੂੰ ਵੀ ਜਿਸ ਤਰੀਕੇ ਨਾਲ ਉਭਾਰਿਆ ਜਾ ਰਿਹਾ, ਉਸ ਦੇ ਵਿੱਚ ਵੀ ਇੱਕ ਚੀਜ਼ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਹੀਂ ਜੀ, ਇਹ ਨਸਲਵਾਦ ਦੀ ਤਾਂ ਕੋਈ ਗੱਲ ਹੀ ਨਹੀਂ ਹੈ, ਇਹਨੂੰ ਛੱਡ ਦਿਓ, ਜਦ ਕਿ ਹਕੀਕਤ ਹੋਰ ਹੈ। ਸੋ ਅਸੀਂ ਇਹਨਾਂ ਚੀਜ਼ਾਂ ਦੇ ਖਿਲਾਫ ਆਵਾਜ਼ ਬੁਲੰਦ ਕਿਉਂ ਨਹੀਂ ਕਰਦੇ? ਸੋ ਜਦੋਂ ਢਾਂਚਾਗਤ ਨਸਲਵਾਦ ਦੀ ਜਾਂ ਜ਼ਮੀਨੀ ਪੱਧਰ 'ਤੇ ਜਿਹੜਾ ਆਮ ਨਸਲਵਾਦ ਹੈ ਸਾਡੇ ਭਾਈਚਾਰਿਆਂ ਅੰਦਰ ਫੈਲਿਆ ਹੋਇਆ, ਉਸ ਦੀ ਗੱਲਬਾਤ ਕਰਦੇ ਹਾਂ, ਤਾਂ ਅੱਜ ਤਾਕਤਾਂ ਦੁਨੀਆ ਦੇ ਵਿੱਚ ਫੇਰ ਭਾਰੂ ਉਹੀ ਨੇ। ਜੇ ਅਸੀਂ ਅਮਰੀਕਾ ਦੀ ਗੱਲ, ਟਰੰਪ ਦੀ ਕਰਦੇ ਹਾਂ,
ਭਾਰਤ ਅੰਦਰ ਅਸੀਂ ਕਹਿੰਦੇ ਆ ਕਿ ਸੱਜੇ ਪੱਖੀ ਜਾਂ ਉਹ ਤਾਕਤਾਂ ਜਿਹੜੀਆਂ ਕਿ ਫਾਸ਼ੀਵਾਦੀ ਸੋਚ ਜਾਂ ਜਿਹੜੀਆਂ ਦੱਬੇ ਕੁਚਲੇ ਵਰਗਾਂ ਦੇ ਖਿਲਾਫ ਨੇ ਉਹ ਭਾਰੂ ਨੇ, ਜਾਂ ਦੁਨੀਆ ਦੇ ਬਹੁਤ ਸਾਰੇ ਹੋਰ ਮੁਲਕਾਂ ਦੇ ਵਿੱਚ। ਸੋ ਇਸ ਸਾਰੇ ਦੇ ਵਿੱਚ ਇਹ ਫਰਵਰੀ ਮਹੀਨੇ ਨੂੰ ਮਨਾਉਣਾ ਜਾਂ ਇਸ 'ਤੇ ਵਿਚਾਰ ਚਰਚਾ ਹੋਣੀ, ਇਸ ਦੀ ਕੀ ਅਹਿਮੀਅਤ ਆ? ਦੇਖੋ, ਮੈਂ ਸਮਝਦਾ ਗੁਰਜੋਤ ਸਿੰਘ ਜੀ, ਜੇ ਆਪਾਂ ਇੰਡੀਆ ਦੀ ਤਰਕ ਲੈ ਲਈ ਥੋੜ੍ਹੀ ਜਿਹੀ, ਇੰਡੀਆ ਦਾ ਮਤਲਬ ਐਂਗਲ ਤੋਂ ਗੱਲ ਕਰ ਲਈ, ਹਾਂਜੀ, ਉੱਥੇ ਜਿਵੇਂ ਤੁਸੀਂ ਪਹਿਲਾਂ ਵੀ ਕਿਹਾ ਸੀਗਾ ਕਿ ਜ਼ਾਤ ਪਾਤ ਦਾ ਕੋਡ ਨਿਰੰਤਰ ਜਾਰੀ ਹੈ। ਜੀ, ਅੱਜ ਜਿਵੇਂ 26 ਜਨਵਰੀ ਨੂੰ ਘਟਨਾ ਵਾਪਰੀ ਗਣਤੰਤਰ ਦਿਵਸ ਵਾਲੇ ਦਿਨ, ਕਿ ਇੱਕ ਦਲਿਤ ਵਿਅਕਤੀ ਨੂੰ ਰਾਜਸਥਾਨ 'ਚ ਲਾੜੇ ਨੂੰ ਉਸ ਨੂੰ ਡਰ ਸੀਗਾ ਕਿ ਜੇ ਮੈਂ ਘੋੜੀ ਚੜਿਆ ਤਾਂ ਅਖੌਤੀ ਉਸ ਜਾਤ ਵਾਲੇ ਲੋਕਾਂ ਨੇ ਮੈਨੂੰ ਕੁੱਟਣਾ, ਮੇਰੇ ਤੇ ਹਮਲਾ ਕਰਨਾ। ਉਹਨੂੰ ਪੁਲਿਸ ਪ੍ਰਸ਼ਾਸਨ ਨੂੰ ਮਦਦ ਦੇਣੀ ਪਈ। ਪੁਲਿਸ ਪ੍ਰਸ਼ਾਸਨ ਦੀ ਛਤਰ ਛਾਂ ਹੇਠਾਂ ਉਹ ਦਲਿਤ ਲਾੜਾ ਘੋੜੀ ਚੜਿਆ। ਇਸ ਤੋਂ ਵੱਡੀ ਸ਼ਰਮ ਦੀ ਗੱਲ ਕਿਹੜੀ ਹੋ ਸਕਦੀ? ਆਜ਼ਾਦ ਮੁਲਕ ਹੋਵੇ, ਸੰਵਿਧਾਨ ਕਹਿੰਦਾ ਹੋਵੇ ਕਿ ਜ਼ਾਤ ਪਾਤ ਲਈ ਕੋਈ ਥਾਂ ਨਹੀਂ, ਛੂਆ-ਛਾਤ ਲਈ ਕੋਈ ਥਾਂ ਨਹੀਂ, ਤੇ ਹਾਲਾਤ ਹੈ ਕਿ 26 ਜਨਵਰੀ ਵਾਲੇ ਦਿਨ ਗਣਤੰਤਰ ਦਿਵਸ ਦੇ ਮਾਰ ਸ਼ਕਤੀ ਪ੍ਰਦਰਸ਼ਨ ਹੋ ਰਹੇ ਦਿੱਲੀ ਸੜਕਾਂ 'ਤੇ, ਉੱਥੇ ਇੱਕ ਦਲਿਤ ਨੂੰ ਰਾਜਸਥਾਨ 'ਚ ਘੋੜੀ ਚੜ੍ਹਨ ਲੱਗਿਆ, ਪੁਲਿਸ ਤੋਂ ਮਦਦ ਲੈਣੀ ਪੈ ਰਹੀ ਹੋਵੇ। ਕਿੰਨੇ ਕਿਸੇ ਸਾਡੇ ਸਾਹਮਣੇ ਆਉਂਦੇ ਨੇ ਕਿ ਕਿਸੇ ਨੂੰ ਮੰਦਿਰ 'ਚ ਨਹੀਂ ਵੜਨ ਦਿੱਤਾ ਜਾ ਰਿਹਾ, ਜੇ ਕੋਈ ਸਾਂਝੀ ਥਾਂ ਤੋਂ ਪਾਣੀ ਪੀਂਦਾ ਉਸ 'ਤੇ ਜ਼ੁਲਮ ਢਾਏ ਜਾਂਦੇ ਆ, ਆਮ ਹੀ ਸੁਣਦੇ ਹਾਂ ਅਸੀਂ। ਹੁਣ ਉਹ ਢਾਂਚਾਗਤ ਜਿਹੜੀ ਹਿੰਸਾ ਦਲਿਤਾਂ ਦੇ ਖਿਲਾਫ ਮੁੜ ਤੋਂ ਚੱਲਦੀ ਆ ਰਹੀ ਹੈ, ਸੋ ਕਾਲਡ ਆਜ਼ਾਦੀ ਤੋਂ ਬਾਅਦ ਤੋਂ ਚੱਲਦੀ ਆ ਰਹੀ ਹੈ। ਅੱਜ ਹਾਲਾਤ ਇੱਥੇ ਪਹੁੰਚ ਗਏ ਨੇ ਕਿ ਉਹ ਜਿਹੜਾ ਮੁਆਸ਼ਰੇ ਵਿੱਚ ਇਸ ਕਿਸਮ ਦੀ ਜਿਹੜੀ ਜ਼ਹਿਰ ਜਿਸ ਨੂੰ ਕਾਟ ਨਹੀਂ ਲਾਈ ਗਈ, ਅੱਜ ਹਾਲਾਤ ਇਹ ਬਣ ਗਏ ਕਿ ਸ਼ਰੇਆਮ ਜਿਹੜੇ ਨੰਗੇ ਚਿੱਟੇ ਤੌਰ 'ਤੇ ਮਨੂਵਾਦੀ ਜਿਹਨੂੰ ਅਸੀਂ ਕਹਿ ਸਕਦੇ ਹਾਂ, ਉਹ ਸੱਤਾ 'ਤੇ ਬਿਰਾਜਮਾਨ ਨੇ, ਜਿਹੜੇ ਕਹਿੰਦੇ ਨੇ, ਮੂੰਹ ਨਹੀਂ ਕਹਿੰਦੇ, ਅੰਦਰੋਂ ਢਿੱਡ ਦੀ ਗੱਲ ਉਹਨਾਂ ਦੀ, ਕਿ ਸੰਵਿਧਾਨ ਨੂੰ ਜਿਹੜਾ ਬਦਲ ਕੇ ਮਨੂ ਸਮ੍ਰਿਤੀ ਨੂੰ ਲਾਗੂ ਕੀਤਾ ਜਾਵੇ। ਇਹੋ ਜਿਹੀ ਸੋਚ ਰੱਖਣ ਵਾਲੇ ਅੱਜ ਉੱਥੇ ਸੱਤਾ 'ਤੇ ਬਿਰਾਜਮਾਨ ਨੇ, ਜਿਨ੍ਹਾਂ ਦੀ ਸੱਤਾ ਵਿੱਚ ਆਉਣ ਤੋਂ ਪਿੱਛੋਂ ਦਲਿਤਾਂ 'ਤੇ ਹਮਲੇ ਹੋਰ ਵੀ ਤਿੱਖੇ ਹੋਏ ਆ ਜੀ। ਢਾਂਚਾਗਤ ਹਿੰਸਾ ਜਿਹੜੀ ਹੋਰ ਵੱਧ ਗਈ ਹੈ। ਔਰ ਸਭ ਤੋਂ ਵੱਡਾ ਦੁਖਾਂਤ ਇਹ ਆ ਕਿ ਜਿਹੜੀ ਤੁਲਨਾਵਾਂ ਹੁੰਦੀਆਂ ਨੇ, ਹਾਂਜੀ, ਹੁਣ ਜਿਹੜਾ ਗਾਂਧੀ ਦਾ ਘੋਲ ਸੀ ਉਸ ਦੀ ਤੁਲਨਾ ਕੀਤੀ ਜਾਂਦੀ ਹੈ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਘੋਲ ਦੇ ਨਾਲ। ਦੋਨਾਂ ਨੂੰ ਸਮਾਨਾਂਤਰ ਬਣਾ ਕੇ ਪੇਸ਼ ਕੀਤਾ ਜਾਂਦਾ, ਜਿਹੜੀ ਸਭ ਤੋਂ ਵੱਡੀ ਜ਼ਿਆਦਤੀ ਹੈ। ਮਾਰਟਿਨ ਲੂਥਰ ਕਿੰਗ ਜੂਨੀਅਰ ਦੀ ਜਿਹੜੀ ਲੜਾਈ ਸੀ ਸਿਆਹ ਨਸਲ ਦੇ ਲੋਕਾਂ ਦੇ ਹੱਕ ਵਿੱਚ ਅਮਰੀਕਾ 'ਚ, ਉਸ ਲੜਾਈ ਦੀ ਤੁਲਨਾ ਸਹੀ ਅਰਥਾਂ 'ਚ ਬਣਦੀ ਹੈ ਅੰਬੇਦਕਰ ਦੀ ਉਸ ਲੜਾਈ ਦੀ, ਜਿਸ ਦੇ ਤਹਿਤ ਦਲਿਤਾਂ ਨੂੰ ਹੱਕ ਦਿਵਾਉਣ ਲਈ ਉਹ ਜਦੋਜਹਿਦ ਕਰ ਰਿਹਾ ਸੀ। ਚਾਹੇ ਉਹ ਇੱਕ ਪੀਣ ਦੇ ਪਾਣੀ ਦੇ ਉੱਤੇ ਹੱਕ ਦੀ ਗੱਲ ਸੀ, ਚਾਹੇ ਮਨੂ ਸਮ੍ਰਿਤੀ ਨੂੰ ਲੂਣ ਦੀ ਗੱਲ ਸੀ, ਇਹ ਸਾਰੀਆਂ ਗੱਲਾਂ ਅੰਬੇਦਕਰ ਜਿਹੜਾ ਕਰ ਰਿਹਾ ਸੀਗਾ। ਅਸਲ 'ਚ ਤੁਲਨਾ ਅੰਬੇਦਕਰ ਸਾਹਿਬ ਦੀ ਬਣਦੀ ਹੈ ਮਾਰਟਿਨ ਲੂਥਰ ਕਿੰਗ ਜੂਨੀਅਰ ਨਾਲ, ਨਾ ਕਿ ਗਾਂਧੀ ਦੀ ਕਿੰਗ ਦੇ ਨਾਲ। ਇਹ ਤੁਲਨਾਵਾਂ ਹੀ ਗਲਤ ਨੇ। ਤੁਲਨਾਤਮਕ ਜਿਹੜਾ ਅਧਿਐਨ ਹੈ ਉਸ ਵਿੱਚ ਬਹੁਤ ਵੱਡਾ ਇਹ ਨੁਕਸ ਹੈ। ਇਹ ਸਮਝਣਾ ਸਾਨੂੰ ਬਹੁਤ ਜ਼ਰੂਰੀ ਹੈ। ਜੇ ਅਸੀਂ ਇੱਥੇ ਫਿਕਰਮੰਦੀ ਕਰਦੇ ਹਾਂ ਸਿਆਹ ਨਸਲ ਲੋਕਾਂ ਲਈ, ਸਾਨੂੰ ਇਹ ਸੋਚਣਾ ਚਾਹੀਦਾ ਕਿ ਅਸੀਂ ਦਲਿਤਾਂ ਨਾਲ ਕਿਹੋ ਜਿਹਾ ਉੱਥੇ ਵਰਤਾਓ ਕਰਦੇ। ਸੋ ਇਹ ਬਹੁਤ ਲਾਜ਼ਮੀ ਹੈ। ਫਰਵਰੀ ਮਹੀਨੇ ਦੌਰਾਨ ਤਾਂ ਜਿਵੇਂ ਸਮਾਜ ਰਚ ਰਹੇ, ਮੈਂ ਸਮਝਦਾ ਜਿਵੇਂ ਅਪ੍ਰੈਲ ਦੇ ਵਿੱਚ ਅੰਬੇਦਕਰ ਦਾ ਜਨਮ ਦਿਨ ਵੀ ਆਉਂਦਾ ਜੀ, ਅਪ੍ਰੈਲ ਦੇ ਵਿੱਚ ਮੰਗੂ ਰਾਮ ਜੀ ਦਾ ਵੀ ਦਿਨ ਆਉਂਦਾ, ਸੰਤ ਰਾਮ ਉਦਾਸੀ ਦਾ ਦਿਨ ਵੀ ਆਉਂਦਾ ਜੀ। ਅਪ੍ਰੈਲ ਨੂੰ ਵੀ ਦਲਿਤ ਹਿਸਟਰੀ ਮੰਥ ਘੋਸ਼ਿਤ ਕੀਤਾ ਜਾਣਾ ਚਾਹੀਦਾ, ਇਹ ਮੇਰਾ ਮੰਨਣਾ, ਤਾਂ ਜੋ ਲੋਕਾਂ 'ਚ ਇਹ ਸੋਝੀ ਪੈਦਾ ਹੋਵੇ। ਹੁਣ ਆ ਜੀ ਅਸੀਂ ਗੱਲ ਅਮਰੀਕਾ ਦੀ, ਬਿਲਕੁਲ ਉਹੀ ਹਾਲਾਤ ਨੇ। ਟਰੰਪ ਕੋਈ ਉੱਪਰੋਂ ਨਹੀਂ ਡਿੱਗਿਆ ਜਾਂ ਧਰਤੀ ਤੋਂ ਨਹੀਂ ਉੱਗਿਆ। ਟਰੰਪ ਪਹਿਲਾਂ ਹੀ ਸਾਡੇ ਮੁਆਸ਼ਰੇ 'ਚ ਤੁਰਿਆ ਫਿਰਦਾ ਸੀਗਾ। ਉਹ ਰਾਸ਼ਟਰਪਤੀ ਦੇ ਰੂਪ ਵਿੱਚ ਬਹੁਤ ਨੰਗੇ ਛਿੱਟੇ ਰੂਪ 'ਚ ਚੁਣ ਕੇ ਉਹ ਸੱਤਾ ਵਿੱਚ ਆ ਗਿਆ, ਉਹ ਗੱਲ ਵੱਖਰੀ ਹੈ। ਮਤਲਬ ਕਹਿਣ ਦਾ ਮੈਂ ਇਹ ਚਾਹ ਰਿਹਾ ਕਿ ਨਸਲਵਾਦ ਪਹਿਲਾਂ ਹੀ ਗਰਸਿਆ ਹੋਇਆ ਸਿਸਟਮ 'ਚ, ਇਹ ਉਸ ਦੀ ਪੈਦਾਵਾਰ ਸੀ, ਇਹ ਉਹਦਾ ਲੱਛਣ ਸੀ, ਆਪਣੇ ਆਪ 'ਚ ਕਾਰਨ ਨਹੀਂ ਸੀ ਉਸ ਚੀਜ਼ ਦਾ। ਉਸ ਤੋਂ ਬਾਅਦ ਟਰੰਪ ਦੇ ਰਹਿੰਦੇ ਅਸੀਂ ਵੇਖਿਆ ਕਿ ਜਦੋਂ ਅਜੇ ਰਾਸ਼ਟਰਪਤੀ ਦੀ ਚੋਣ ਹਾਰਦਾ ਤਾਂ ਕਿਵੇਂ ਹਿੰਸਾ ਵੱਧ ਗਈ। ਅੱਜ ਉਹ ਆਟਵਾ 'ਚ ਹਾਲਾਤ ਬਣੇ ਨੇ, ਇਹੋ ਜਿਹੇ ਹਾਲਾਤ ਕੈਪੀਟਲ ਹਿੱਲ 'ਤੇ ਬਣੇ ਸੀ ਉਦੋਂ, ਹਿੰਸਾ ਹੋਈ, ਕੁਛ ਲੋਕ ਮਰੇ ਵੀ। ਬਿਲਕੁਲ। ਸੋ ਉਹ ਹਾਲਾਤ ਜਿਹੜੇ ਆ ਇਸ ਕਰਕੇ ਵਿਗੜੇ ਹੋਏ ਆ ਕਿਉਂਕਿ ਇਹ ਨਸਲਵਾਦੀ ਅਨਸਰ ਪਹਿਲੇ ਸਾਡੇ ਸਿਸਟਮ ਦੇ ਵਿੱਚ ਗਰਸੇ ਪਏ ਆ, ਪਰ ਅਸੀਂ ਅੱਖੋਂ ਪਰੋਖੇ ਕਰੀ ਜਾਂਦੇ ਬਾਰ-ਬਾਰ। ਇਹ ਗੱਲ ਸਾਹਮਣੇ ਆ ਗਈ ਕਿ RCMP 'ਚ ਰੇਸਿਸਟ ਬੈਠੇ ਨੇ, ਕੈਨੇਡੀਅਨ ਫੋਰਸਿਸ 'ਚ ਰੇਸਿਸਟ ਬੈਠੇ ਹੋਏ ਆ। ਇਹ ਰੇਸਿਸਟ ਸਾਡੇ ਆਲੇ ਦੁਆਲੇ ਸਦਾ ਹੀ ਸੀਗੇ, ਪਰ ਅਸੀਂ ਸਿਰਫ ਚਕਾਚੌਂਧ ਦੇ ਵਿੱਚ ਆ ਗਏ, ਪ੍ਰਭਾਵਿਤ ਹੋ ਗਏ ਕਿ ਲਓ ਜੀ ਦਸਤਾਰਧਾਰੀ ਸਾਡੇ MP ਚੁਣ ਹੋ ਗਏ ਨੇ, ਸਾਡਾ ਪਹਿਲਾ BC ਦਾ ਪ੍ਰੀਮੀਅਰ ਜਿਹੜਾ ਦੇਸੀ ਉਜਲ ਦੋਸਾਂਝ, ਜਾਂ ਅੱਜ ਰੱਖਿਆ ਮੰਤਰੀ ਸਾਡੇ ਪਿਛਲੇ ਸੱਜਣ ਸਾਹਿਬ ਬਣ ਗਏ। ਇਹ ਗੱਲਾਂ ਜਿਹੜੀਆਂ ਨੇ ਸਿਰਫ ਉੱਪਰ ਸਤਹੀ ਪੱਧਰ 'ਤੇ ਹੋ ਰਹੀਆਂ ਜੀ। ਜਿਹੜਾ ਮੁਆਸ਼ਰੇ 'ਚ ਨਸਲਵਾਦ ਘੁਲਿਆ ਹੋਇਆ, ਔਰ ਉਸ ਦਾ ਬੂਟਾ ਖੁਦ ਬਹੁ ਗਿਣਤੀ ਨੇ ਇੱਥੇ ਆ ਕੇ ਆਪ ਲਾਇਆ। ਪਹਿਲਾਂ ਤਾਂ ਤੁਸੀਂ ਆ ਕੇ ਕਹੋ ਜੀ ਇਹ ਧਰਤੀ ਸਾਡੀ ਹੈ, ਹਾਲਾਂਕਿ ਧਰਤੀ 'ਤੇ ਪਹਿਲਾਂ ਹੀ ਮੂਲ ਵਾਸੀ ਵਸਦੇ ਸੀਗੇ। ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ, ਢੱਕ ਕੇ ਹਾਸ਼ੇਗ੍ਰਸਤ ਕੀਤਾ ਗਿਆ, ਰੈਡੀਸ਼ਨ ਸਕੂਲ ਖੋਲ੍ਹ ਕੇ ਉਹਨਾਂ ਦੀ ਨਸਲ ਨੂੰ ਖਤਮ ਕੀਤਾ ਗਿਆ। ਫਿਰ ਤੁਸੀਂ ਆਪਣੀ ਇੱਛਾ ਅਨੁਸਾਰ ਆਪਣੀ ਲੋੜ ਲਈ ਸਿਆਹ ਨਸਲ ਲੋਕਾਂ ਨੂੰ ਘਰੋਂ ਉਹਨਾਂ ਦੇ ਪੁੱਟ ਕੇ ਉਹਨਾਂ ਦੇ ਦੇਸ਼ਾਂ 'ਚੋਂ ਇੱਥੇ ਲਿਆ ਕੇ ਗੁਲਾਮ ਬਣਾ ਕੇ ਉਹਨਾਂ ਤੋਂ ਕੰਮ ਲਏ। ਫਿਰ ਜਿਹੜੇ ਬਾਹਰੋਂ ਇਮੀਗ੍ਰੈਂਟ ਜਿਹੜੇ ਆ ਰਹੇ ਸੀ ਉਹਨਾਂ ਦੇ ਹੱਕ ਕਿੰਨਾ ਚਿਰ ਦਿੱਤੇ ਹੀ ਨਾ ਗਏ ਉਹਨਾਂ ਨੂੰ। ਔਰਤਾਂ ਨੂੰ ਇਨਸਾਨ ਤੱਕ ਨਹੀਂ ਸਮਝਿਆ ਗਿਆ। ਸੋ ਨਸਲਵਾਦ ਤਾਂ ਪਹਿਲਾਂ ਹੀ ਚੱਲਦਾ ਆ ਰਿਹਾ ਸੀਗਾ। ਜਿਹੜੇ ਕਾਨੂੰਨ ਬਣੇ ਆ ਇੰਨੇ ਸਾਲਾਂ ਦੌਰਾਨ,
ਉਸ ਸੋਚ ਦੇ ਅਧੀਨ ਬਣੇ, ਜਿਸ ਦੇ ਖਿਲਾਫ ਜਦੋਂ ਜਿਆਦਾ ਕਰਕੇ ਅੱਜ ਕਾਫੀ ਸੁਧਾਰ ਹੋਏ ਨੇ। ਪਰ ਜੇ ਕੋਈ ਇਹ ਕਵੇ ਕਿ ਨਸਲਵਾਦ ਜੜੋਂ ਮੁੱਕ ਗਿਆ, ਵਿਤਕਰੇ ਵਾਲੀ ਸੋਚ ਮੁੱਕ ਗਈ ਹੈ, ਇਹ ਬਹੁਤ ਵੱਡਾ ਭੁਲੇਖਾ, ਜਿਹਦੇ ਕਰਕੇ ਟਰੰਪ ਵਰਗੇ ਲੋਕ ਸਮੇਂ-ਸਮੇਂ ਤੇ ਪਨਪਦੇ ਆ ਔਰ ਜਦੋਂ ਮੌਕਾ ਲੱਗਦਾ ਸੱਤਾ ਤੇ ਆ ਕੇ ਬਿਰਾਜਮਾਨ ਹੋ ਜਾਂਦੇ। ਜਦੋਂ ਸੱਤਾ ਤੇ ਆ ਕੇ ਬਹਿੰਦੇ ਆ, ਖੁੱਲ੍ਹ ਕੇ ਮੂੰਹ ਪਾੜ ਕੇ ਜ਼ਹਿਰ ਉਗਲਦੇ ਆ, ਬਾਕੀਆਂ ਨੂੰ ਸ਼ਹਿ ਮਿਲਦੀ ਹੈ। ਉਹ ਫਿਰ ਜਿਹੜੇ ਲੁੱਕੇ ਬੈਠੇ ਹੋਣਗੇ ਜਾਂ ਮੁਰਝਾਏ ਹੋਣਗੇ, ਉਹ ਵੀ ਬਾਹਰ ਆ ਕੇ ਉਹਦੀ ਸ਼ਹਿ ਤੇ ਇਹੋ ਜਿਹੀ ਬਿਆਨਬਾਜ਼ੀਆਂ ਕਰਨਗੇ, ਇਹੋ ਜਿਹੀ ਹਰਕਤਾਂ ਕਰਨਗੇ। ਸੋ ਇਹ ਸਮਝਣਾ ਬਹੁਤ ਜ਼ਰੂਰੀ। ਬਿਲਕੁਲ ਜੀ। ਕੈਪੀਟਲ ਹਿੱਲ ਦੀ ਉਹ ਘਟਨਾ ਜਿਹੜੀ ਅਮਰੀਕਾ ਦੇ ਵਿੱਚ ਵਾਪਰੀ ਸੀ, ਉਸ ਦਿਨ ਜੋ ਕੁਝ ਅਮਰੀਕਾ ਦੇ ਰਾਸ਼ਟਰਪਤੀ ਭਵਨ ਦੇ ਬਾਹਰ ਜਿਸ ਤਰ੍ਹਾਂ ਹੋਇਆ, ਉਹ ਸਾਰਾ ਕੁਝ ਅੱਜ ਇੱਕ ਤਸਵੀਰ ਦੇ ਵਾਂਗ ਜੇ ਅੱਖਾਂ ਦੇ ਸਾਹਮਣੇ ਆਵੇ ਤਾਂ ਅਸੀਂ ਦੇਖ ਸਕਦੇ ਹਾਂ ਕਿ ਉਹਨਾਂ ਲੋਕਾਂ ਦੇ ਨਾਅਰੇ ਕੀ ਸਨ, ਉਹਨਾਂ ਦੇ ਬੋਲ ਕੀ ਸਨ, ਉਹਨਾਂ ਦੀ ਪਹੁੰਚ ਕਿਹੋ ਜਿਹੀ ਸੀ, ਕਿਸ ਕਿਸਮ ਦਾ ਜਿਹੜਾ ਹੈ ਨਸਲਵਾਦ ਉਹਨਾਂ ਦੇ ਵਿੱਚ ਸੀ, ਉਹ ਸਾਰੇ ਰੰਗ ਝੰਡੇ ਉਹਨਾਂ ਦੇ ਕਿਹੋ ਜਿਹੇ ਸਨ। ਜਿੱਥੋਂ ਤੱਕ ਅਸੀਂ ਭਾਰਤੀ ਖੇਮੇ ਦੀ ਜਿਹੜੀ ਮਨੂਵਾਦੀ ਬਿਰਤੀ ਦੀ ਗੱਲ ਕਰਦੇ ਹਾਂ, ਇਹ ਗੱਲ ਜਿਹੜੀ RSS ਪੱਖੀ ਉਹ ਧਿਰ ਜਾਂ ਉਹ ਧਿਰ ਜਿਹੜੀ ਕਿ ਅੱਜ ਵੀ ਫਾਸ਼ੀਵਾਦੀ ਸੋਚ ਰੱਖਦੀ ਹੈ, ਇਹ ਬੁਨਿਆਦੀ ਤੌਰ 'ਤੇ ਦੇਖ ਸਕਦੀ ਹੈ ਕਿ ਜਿਹੜੀ ਕੈਪੀਟਲ ਹਿੱਲ ਨੂੰ ਘੇਰਿਆ ਗਿਆ ਸੀ, ਉੱਥੇ ਕੁਝ ਝੰਡੇ, ਕੁਝ ਨਿਸ਼ਾਨ ਉਹ ਵੀ ਸਨ ਜਿਨ੍ਹਾਂ ਦੇ ਵਿੱਚ ਉਹ ਸਵਾਸਤਵਿਕ ਚਿੰਨ੍ਹ ਜਿਹੜੇ ਹਨ ਉਹਨਾਂ 'ਤੇ ਲੱਗੇ ਹੋਏ ਸਨ, ਅਤੇ ਬਾਕਾਇਦਾ ਮੀਡੀਆ ਨੇ ਉਹ ਹਾਈਲਾਈਟ ਵੀ ਕੀਤੇ। ਉਹਨਾਂ ਦੇ ਨਾਲ ਰਲਣ ਦਾ ਇੱਕ ਸਬੱਬ ਨਹੀਂ ਬਲਕਿ ਇੱਕ ਸੁਭਾਅ ਅਸੀਂ ਕਹਿ ਸਕਦੇ ਹਾਂ। ਸੋ ਇਹ ਤਾਕਤ ਜਿਹੜੀ ਜਿਸ ਕਿਸਮ ਦੀ ਹੈ, ਘੱਟ ਗਿਣਤੀਆਂ ਦੇ ਖਿਲਾਫ ਜਾਂ ਸਿਆਹ ਲੋਕਾਂ ਦੇ ਖਿਲਾਫ ਜਾਂ ਪੀੜਤ ਵਰਗ ਦੇ, ਦਲਿਤ ਵਰਗ ਦੇ ਖਿਲਾਫ, ਇਹ ਦੁਨੀਆ 'ਚ ਜਿੱਥੇ ਜਿੱਥੇ ਵੀ ਹੈ ਉਹ ਸੈਂਟਰਲਾਈਜ਼ਡ ਹੋਈ ਵੀ ਹੈ, ਇਕੱਠੀ ਹੋਈ ਵੀ ਹੈ। ਕੈਨੇਡਾ ਦੇ ਵਿੱਚ ਵੀ ਇਸ ਤਰ੍ਹਾਂ ਹੀ ਜਿਹੜਾ ਇਹ ਜਿਸ ਤਰ੍ਹਾਂ ਦਾ ਮਾਹੌਲ ਇਸ ਵੇਲੇ ਘੇਰਾ ਪਾਰਲੀਮੈਂਟ ਦੇ ਵਿੱਚ ਪਏ ਹੋਣ ਦਾ ਨੁਕਤਾ ਕੇਵਲ ਇਸ ਤਰ੍ਹਾਂ ਜੋੜਿਆ ਜਾ ਰਿਹਾ ਕਿ ਨਹੀਂ ਜੀ ਇਹ ਕੇਵਲ ਮਸਲਾ ਜਿਹੜਾ ਹੈ ਇਹ ਆਮ ਟਰੱਕਰਸ ਦਾ ਹੈ ਜਾਂ ਹੋਰ ਹੈ, ਹਰਗਿਜ਼ ਨਹੀਂ। ਇਹਦੇ ਵਿੱਚ ਵੀ ਬੜਾ ਕੁਝ ਐਸਾ ਹੈ ਜਿਹੜਾ ਕਿ ਇੱਕ ਐਸਾ ਪ੍ਰਭਾਵ ਪਾਉਣ ਦੀ ਗੱਲ ਹੈ ਕਿ ਅਸੀਂ ਲੋਕ ਅਜੇ ਵੀ ਤਾਕਤ ਦੇ ਵਿੱਚ ਹਾਂ। ਅਸੀਂ ਜਿਹੜੇ ਨਸਲਵਾਦੀ ਸੋਚ ਵਾਲੇ ਆ ਉਹਨਾਂ ਦੇ ਕੋਲ ਤਾਕਤ ਹੈ, ਅਤੇ ਕਈ ਗੁੰਮਰਾਹ ਕਰਨ ਲੋਕ ਇਸੇ ਤਰੀਕੇ ਨਾਲ ਉਹਨਾਂ ਦੀ ਹਮਾਇਤ ਦੇ ਵਿੱਚ ਉਤਰ ਰਹੇ ਨੇ, ਜਿਸ ਤਰ੍ਹਾਂ ਉਹਨਾਂ ਦੇ ਚਿਹਰਿਆਂ ਨੂੰ ਵਰਤ ਕੇ ਵੀ ਕਾਲਕ ਬਣੀ ਜਾ ਸਕਦੀ ਹੈ ਕਿ ਅਸੀਂ ਵੀ ਨਸਲਵਾਦੀ ਸੋਚ ਦੇ ਹਮਾਇਤੀ ਹਾਂ। ਇਸ ਕਰਕੇ ਸੁਚੇਤ ਹੋਣਾ ਬੜਾ ਜ਼ਰੂਰੀ ਹੈ। ਇਸ ਗੱਲ ਨੂੰ ਸਮਝੋ, ਵਿਚਾਰੋ। ਸਾਡੇ ਕਈ ਭੁਲੇਖਾ ਪਾਊ ਅਨਸਰ ਇਸ ਗੱਲ ਤੋਂ ਸੁਚੇਤ ਨਹੀਂ ਕਿ ਇਹ ਗੱਲ ਸਹੇ ਦੀ ਨਹੀਂ, ਗੱਲ ਪੈਸੇ ਦੀ ਹੈ। ਗੱਲ ਇਹ ਹੈ ਕਿ ਅਸੀਂ ਜਾ ਕਿੱਧਰ ਰਹੇ ਹਾਂ। ਗੱਲ ਇਹ ਹੈ ਕਿ ਇਤਿਹਾਸ ਦੇ ਵਿੱਚ ਸਾਡਾ ਮੁਲਾਂਕਣ ਜਦੋਂ ਹੋਣਾ, ਉਹ ਕਿਵੇਂ ਹੋਣਾ, ਅਸੀਂ ਕਿੰਨਾ ਤਾਕਤਾਂ ਦੇ ਨਾਲ ਖੜਨਾ, ਕਿੰਨਾ ਤਾਕਤਾਂ ਦੇ ਖਿਲਾਫ ਲੜਨਾ। ਅੱਜ ਰੋਜ਼ਾ ਪਾਰਕ ਜਾਂ ਬਲੈਕ ਮੰਥ ਦੀ ਅਸੀਂ ਗੱਲ ਕਰ ਰਹੇ ਹਾਂ, ਤਾਂ ਉਸ ਦਾ ਕਾਰਨ ਇਹ ਹੈ ਕਿ ਜਿੱਥੇ ਜਿੱਥੇ ਵੀ ਹੋਵੇ ਅਸੀਂ ਨਸਲਵਾਦ ਦੇ ਖਿਲਾਫ ਲੜੀਏ। ਪਹਿਲਾਂ ਤਾਂ ਆਪਣੇ ਪੱਧਰ 'ਤੇ ਅਸੀਂ ਦੇਖੀਏ ਕਿ ਸਾਡੇ ਅੰਦਰ ਉਸ ਤਰ੍ਹਾਂ ਦਾ ਨਸਲਵਾਦ ਬਿਲਕੁਲ ਨਾ ਹੋਵੇ। ਦੂਸਰਾ, ਜੇ ਸਥਾਪਤੀ ਦੇ ਵਿੱਚ ਹੈ ਤਾਂ ਉਸ ਦੇ ਖਿਲਾਫ ਆਵਾਜ਼ ਬੁਲੰਦ ਕਰੀਏ। ਸਾਡੀ ਇਹ ਜਿਹੜੀ ਸਮੱਸਿਆ ਹੈ, ਅਸੀਂ ਕਈ ਵਾਰ ਇਸ ਗੱਲ ਨੂੰ ਸਮਝਦੇ ਹੋਏ ਕਿ ਮਨੁੱਖਤਾਵਾਦੀ ਸੋਚ ਬੜੀ ਮਹਾਨ ਹੈ, ਉਸ 'ਤੇ ਪਹਿਰਾ ਦਿੰਦੇ ਹੋਏ ਕਈ ਗੁਨਾਹਕੁਨ ਪ੍ਰਚਾਰਾਂ ਦੇ ਵਿੱਚ ਵੀ ਆ ਜਾਂਦੇ ਆ ਕਿ ਇੱਕ ਨਸਲਵਾਦੀ ਹੈ, ਉਹ ਵੀ ਮਨੁੱਖ ਹੈ, ਅਸੀਂ ਉਹਦੀ ਵੀ ਬਾਂਹ ਫੜ ਗਏ। ਉੱਥੇ ਸਾਡਾ ਜਿਹੜਾ ਪਹੁੰਚ ਜਾਂ ਉੱਥੇ ਸਾਡਾ ਜਿਹੜਾ ਤਰੀਕਾ ਕੀ ਹੋਣਾ ਚਾਹੀਦਾ? ਦੇਖੋ, ਇੱਕ ਗੱਲ ਹੈ ਕਿ ਸੰਵਾਦ ਰਾਹੀਂ ਕੁਝ ਬਦਲਿਆ ਵੀ ਜਾ ਸਕਦਾ। ਸਾਡੇ ਕੋਲ ਮਿਸਾਲਾਂ ਵੀ ਨੇ, ਜਿਵੇਂ ਕਿ ਟੋਨੀ ਮੈਕਲੀਅਰ ਸਾਡੀ ਇਸ ਕਮਿਊਨਿਟੀ ਦੇ ਵਿੱਚ ਵਿਚਰਨ ਵਾਲਾ ਇੱਕ ਗੋਰਾ ਜੀ, ਜਿਹੜਾ ਕਿ ਕਿਸੇ ਵੇਲੇ ਨਸਲਵਾਦੀ ਸੀ ਜੀ। ਜਦੋਂ ਨਿਰਮਲ ਸਿੰਘ ਗਿੱਲ ਦਾ ਕਤਲ ਹੋਇਆ ਤਾਂ ਉਹ ਨਸਲਵਾਦੀਆਂ ਦਾ ਸਾਥੀ ਸੀ, ਅੰਗੀ ਸੰਗੀ ਸੀ ਉਹਨਾਂ ਦਾ, ਜਿਹੜੇ ਕਤਲ ਵਿੱਚ ਸ਼ਾਮਲ ਸੀਗੇ। ਹਾਲਾਂਕਿ ਖੁਦ ਉਸ ਘਟਨਾ ਵਿੱਚ ਸ਼ਾਮਲ ਨਹੀਂ ਸੀਗਾ ਉਹ, ਪਰ ਜਿਹੜੇ ਉਸ ਵਿਚਾਰਾਂ ਨਾਲ ਪ੍ਰਭਾਵਿਤ ਹੋਏ ਨੌਜਵਾਨ ਸੀ, ਉਹਨਾਂ ਉਸ ਜਨ ਸਮੂਹ ਦੇ ਵਿੱਚ ਉਹ ਵੀ ਸ਼ਾਮਲ ਸੀ। ਉਹ ਇਸ ਗੱਲ ਦੀ ਅਖਲਾਕੀ ਜ਼ਿੰਮੇਵਾਰੀ ਲੈਂਦਾ ਕਿ ਜੋ ਨਿਰਮਲ ਸਿੰਘ ਗਿੱਲ ਨਾਲ ਕਤਲ ਹੋਇਆ, ਮੈਂ ਅਖਲਾਕੀ ਤੌਰ 'ਤੇ ਜ਼ਿੰਮੇਵਾਰ ਹਾਂ ਕਿ ਜਿਹੜਾ ਉਸ ਵੇਲੇ ਜ਼ਹਿਰ ਜਿਹੜੀ ਲੋਕਾਂ 'ਚ ਘੋਲ ਦਿੱਤੀ ਗਈ, ਜਿਹੜਾ ਵਿਸ਼ ਘੋਲਿਆ ਗਿਆ, ਉਹਦੇ ਲਈ ਮੈਂ ਵੀ ਜ਼ਿੰਮੇਵਾਰ ਹਾਂ। ਸੋ ਉਹ ਇਸ ਚੀਜ਼ ਦੀ ਸ਼ਰਮ ਮੰਨਦਾ, ਉਹਦਾ ਸੁਧਾਰ ਹੋਇਆ, ਉਸਨੇ ਅੱਜ ਨਵਾਂ ਰਾਹ ਅਪਣਾਇਆ। ਉਹ ਜਾ ਕੇ ਨੌਜਵਾਨਾਂ ਨੂੰ ਪ੍ਰੇਰਦਾ ਕਿ ਨਸਲਵਾਦ ਤੋਂ ਦੂਰ ਰਹੋ। ਇੱਥੋਂ ਤੱਕ ਕਿ ਸਰੀ ਡਾਟਾ ਗੁਰੂ ਘਰ ਵਿੱਚ ਜਾ ਕੇ ਉਹ ਮਾਫੀ ਮੰਗ ਚੁੱਕਾ ਨਿਰਮਲ ਸਿੰਘ ਗਿੱਲ ਦੇ ਕਤਲ ਲਈ, ਹਾਲਾਂਕਿ ਖੁਦ ਉਸ ਲਈ ਜ਼ਿੰਮੇਵਾਰ ਨਹੀਂ ਵੀ ਸੀਗਾ ਜੀ। ਫਿਰ ਉਸਨੇ ਕਿਤਾਬ ਲਿਖੀ, ਆਪਣੇ ਅਨੁਭਵ ਕਲਮਬੰਦ ਕੀਤੇ। ਨਿਰਮਲ ਸਿੰਘ ਗਿੱਲ ਬਾਰੇ ਬੜੇ ਪੈਸ਼ਨੇਟਲੀ ਉਸਨੇ ਲਿਖਿਆ। ਵਿਸਕੌਨਸਿਨ ਜਦੋਂ ਘਟਨਾ ਵਾਪਰੀ ਗੁਰਦੁਆਰੇ 'ਚ, ਉੱਥੇ ਵੀ ਜਾ ਕੇ ਆਇਆ, ਔਰ ਸਰੀ ਡਾਟਾ ਗੁਰੂ ਘਰ ਵਿੱਚ ਉਸਨੇ ਜਾ ਕੇ ਕਿਤਾਬ ਵਿੱਚੋਂ ਕੁਝ ਹਿੱਸਾ ਆਪਣਾ ਗੁਰਦੁਆਰਾ ਸਾਹਿਬ ਨੂੰ ਭੇਂਟ ਕੀਤਾ ਉਹਨੇ। ਸੋ ਲੋਕ ਸੁਧਰ ਵੀ ਸਕਦੇ ਆ। ਸੁਧਰਨ ਲਈ ਸਾਨੂੰ ਗੁੰਜਾਇਸ਼ ਦੇਣੀ ਚਾਹੀਦੀ ਹੈ ਜੇ ਕੋਈ ਸੁਧਰਨਾ ਚਾਹਵੇ। ਬਹੁਤ। ਪਰ ਜੇ ਆਪਾਂ ਇਹ ਕਹੀਏ ਕਿ ਵਿਚਾਰਧਾਰਕ ਤੌਰ 'ਤੇ ਜਿਹੜੇ ਮਤਲਬ ਗਰੁੱਪ ਲੈ ਕੇ ਤੁਰੇ ਫਿਰਨ, ਅਸੀਂ ਕਹੀਏ ਉਹਨਾਂ ਨਾਲ ਸੰਵਾਦ ਰਚ ਕੇ, ਉਹਨਾਂ ਨੂੰ ਨਾਲ ਗੰਢ ਕੇ ਉਹਨਾਂ ਦੀ ਵੀ ਗੱਲ ਸੁਣੀ, ਆਪਣੀ ਵੀ ਕਰੀਏ, ਇਹ ਜਿਹੜਾ ਰਿਸ਼ਤਾ ਬਣਾਉਣ ਵਾਲੀ ਜਿਹੜੀ ਗੱਲ ਨਾ, ਉਹਦਾ ਕੋਈ ਸੈਂਸ ਨਹੀਂ ਬਣਦੀ ਗੱਲ ਦੀ। ਹੁਣ ਜੇ ਆਪਾਂ ਇਸ ਤਰ੍ਹਾਂ ਹੀ ਚੱਲਣਾ ਫਿਰ ਠੀਕ ਹੈ, ਫਿਰ ਮੋਦੀ ਨੂੰ ਮੌਕਾ ਦਿਓ,
ਹੁਣ ਲੋਕਾਂ ਨੇ ਚੁਣਿਆ ਉਹਨੂੰ, ਚਲਾਈ ਜੋ ਜਿਵੇਂ ਚਲਾ ਰਿਹਾ ਚਮਲੀਆਂ ਚਲਾਵੇ, ਫਿਰ ਪਰੇਸ਼ਾਨੀ ਕਰਦੀ ਫਿਰ ਉਹ ਵੀ ਠੀਕ, ਫਿਰ ਤਾਂ RSS ਵਾਲੇ ਵੀ ਠੀਕ ਨੇ, ਲੋਕਾਂ ਨੇ ਚੁਣਿਆ ਉਹਨਾਂ ਨੂੰ। ਇਸ ਤਰ੍ਹਾਂ ਨਹੀਂ ਹੁੰਦਾ, ਮਤਲਬ ਤੁਹਾਨੂੰ ਇੱਕ ਵਖਰੇਵਾਂ ਕਰਨਾ ਪੈਣਾ ਕਿ ਜਿਹੜੇ ਸੁਧਰਨਾ ਚਾਹੁੰਦੇ ਆ, ਲਕੀਰ ਦੇ ਇਸ ਪਾਸੇ ਆਉਣਾ ਚਾਹੁੰਦੇ, ਉਹਨਾਂ ਲਈ ਤੁਹਾਡੇ ਹਮੇਸ਼ਾ ਉਹਨੂੰ ਕਲਾਵੇ 'ਚ ਲੈਣ ਦੀ ਤੁਹਾਡੀ ਇੱਕ ਇੱਛਾ ਹੋਣੀ ਚਾਹੀਦੀ ਜੀ, ਬਸ਼ਰਤੇ ਕਿ ਸੱਚਮੁੱਚ ਉਹਨਾਂ 'ਚ ਸੁਧਾਰ ਦੇ ਕੋਈ ਲੱਛਣ ਨਜ਼ਰ ਆਉਂਦੇ ਹੋਣਗੇ, ਸੱਚਮੁੱਚ ਸੁਧਰਨਾ ਚਾਹੁੰਦੇ ਨੇ, ਤੁਹਾਡੀ ਗੱਲ ਸੁਣਨ ਲਈ ਤਿਆਰ ਨੇ। ਜੇ ਪਰਿਵਰਤਨਸ਼ੀਲ ਨੇ, ਉਹਨਾਂ ਲਈ ਹਮੇਸ਼ਾ ਹੀ ਤੁਹਾਡੀ ਪਹੁੰਚ ਜਿਹੜੀ ਖੁੱਲ੍ਹ ਦਿਲੀ ਵਾਲੀ ਹੋਵੇ। ਪਰ ਜਿਹੜੇ ਅੜੇ ਹੋਏ ਉਸ ਸੋਚ ਦੇ ਉੱਤੇ ਡਟਵੇਂ ਰੂਪ ਦੇ ਵਿੱਚ ਮਿੱਥ ਕੇ ਘੱਟ ਗਿਣਤੀਆਂ ਨੂੰ ਖੌਫਜ਼ਦਾ ਕਰ ਰਹੇ ਹੋਣ, ਉਹਨਾਂ ਤਾਕਤਾਂ ਨਾਲ ਸਮਝੌਤਾ ਕਿਵੇਂ ਹੋ ਸਕਦਾ ਕਿ ਤੁਸੀਂ ਉਹਨਾਂ ਨੂੰ ਖੁੱਲ੍ਹ ਖੇਡ ਕਰਨ ਦੇ ਦਿਓ। ਅੱਜ ਓਟਵਾ ਦੀ ਪਾਰਲੀਮੈਂਟ 'ਤੇ ਗਏ ਉਹ, ਤੇ ਪੂਰੀ ਰਾਜਧਾਨੀ ਘੇਰੀ ਪਈ ਹੈ। ਉੱਥੇ ਹਾਲਾਤ ਇਹ ਬਣ ਗਏ ਨੇ ਕਿ ਮੇਅਰ ਨੂੰ ਐਮਰਜੈਂਸੀ ਲਾਉਣੀ ਪੈ ਗਈ ਓਟਵਾ ਦੇ ਵਿੱਚ। ਔਰ ਓਟਵਾ ਉਸ ਦੇਸ਼ ਦੀ ਰਾਜਧਾਨੀ ਹੈ ਜਿਹੜਾ ਕਿ ਬਹੁਤ ਸੱਭਿਆਚਾਰਕ ਦੇਸ਼ ਹੈ, ਵਨ ਸਮੁੰਨਤਾ ਵਾਲਾ ਦੇਸ਼ ਹੈ। ਅਮਰੀਕਾ ਦੇ ਟਾਕਰੇ ਤੇ ਕਿਰਨ ਦੀ ਕਿੰਨੀ ਇੱਜ਼ਤ ਰਹੀ ਹੈ ਅੰਤਰਰਾਸ਼ਟਰੀ ਪੱਧਰ 'ਤੇ, ਅੱਜ ਕੀ ਇੱਜ਼ਤ ਤੁਹਾਡੀ ਹੈ? ਓਟਵਾ ਜਿਹੜੀ ਤੁਹਾਡੀ ਰਾਜਧਾਨੀ, ਅੱਜ ਉੱਥੇ ਦੰਦ ਲਾਉਂਦੇ ਫਿਰਦੇ ਨੇ ਗੋਰੇ ਨਸਲਵਾਦੀ। ਸੋ ਇਹ ਬਹੁਤੇ ਚੰਗੇ ਹਾਲਾਤ ਨਹੀਂ। ਜਿਹੜੇ ਲੋਕ ਇਸ ਕਿਸਮ ਦੀ ਦਲੀਲਾਂ ਦਿੰਦੇ ਕਿ ਵੀ ਮਨੁੱਖਤਾਵਾਦੀ ਸੋਚ ਉਹਨਾਂ 'ਚ ਵੀ ਹੋਊਗੀ, ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਗੱਲ ਕਿ ਤੁਸੀਂ ਆਪਣਾ ਇਤਿਹਾਸ ਪੜ੍ਹ ਲਓ ਪਹਿਲਾਂ। ਮਨੁੱਖਤਾਵਾਦੀ ਸੋਚ ਦੇ ਅਨੁਸਾਰ ਨਾਲ ਜੇ ਚੱਲਣਾ ਤਾਂ ਪਹਿਲਾਂ ਤਾਂ ਉਸ ਵਿਅਕਤੀ ਦੀ ਗੱਲ ਕਰੋ ਜਿਹੜਾ ਸੱਚਮੁੱਚ ਮਨੁੱਖਤਾਵਾਦੀ ਸੋਚ ਰੱਖਦਾ ਹੋਵੇ ਜਾਂ ਮਨੁੱਖੀ ਦਰ ਨੂੰ ਸਮਝਦਾ ਹੋਵੇ। ਜੇ ਉਹ ਇੱਕ ਇਹੋ ਜਿਹੇ ਵਿਚਾਰਧਾਰਾ ਨਾਲ, ਇਹੋ ਜਿਹੀ ਇਡੀਓਲੋਜੀ ਨਾਲ ਬੱਝਿਆ ਹੋਇਆ ਜਿਸ ਦੇ ਵਿੱਚ ਦਲਿਤਾਂ ਲਈ ਕੋਈ ਥਾਂ ਨਹੀਂ, ਘੱਟ ਗਿਣਤੀਆਂ ਲਈ ਕੋਈ ਥਾਂ ਨਹੀਂ, ਸਿਆਹ ਨਸਲ ਦੇ ਲੋਕਾਂ ਲਈ ਕੋਈ ਥਾਂ ਨਹੀਂ, ਔਰਤਾਂ ਪੈਰ ਦੀਆਂ ਜੁੱਤੀਆਂ ਮੰਨੀਆਂ ਗਈਆਂ ਹੋਣ, ਉਹਨਾਂ ਨਾਲ ਤੁਸੀਂ ਸਮਝੌਤਾ ਕਿਵੇਂ ਕਰ ਲਓਗੇ? ਉੱਥੇ ਤਾਂ ਤੁਹਾਨੂੰ ਲੜਾਈ ਲੜਨੀ ਪੈਣੀ ਹੈ। ਉੱਥੇ ਆਹ ਪਹੁੰਚ ਜਿਹੜੀ ਹੈ ਕੰਮ ਨਹੀਂ ਕਰ ਸਕਦੀ। ਉਹ ਪਹੁੰਚ ਕੰਮ ਕਰਦੀ ਉਦੋਂ ਜਦੋਂ ਕੋਈ ਵਿਅਕਤੀ ਸੁਧਰਨ ਲਈ ਤੁਹਾਡੇ ਕੋਲ ਆਵੇ ਔਰ ਆਸਰਾ ਮੰਗੇ ਔਰ ਕਵੇ, ਦਿਲੋਂ ਕਵੇ ਕਿ ਮੈਂ ਸੁਧਰਨਾ ਚਾਹੁੰਦਾ, ਮੈਨੂੰ ਰਾਹ ਦਿਖਾਇਆ ਜਾਵੇ। ਜਿਹੜੇ ਲੋਕ ਭੁਲੇਖੇ ਵਿੱਚ ਆ ਕੇ ਇਹਨਾਂ ਲੋਕਾਂ ਦੇ ਮਗਰ ਪਏ ਹੋਏ, ਚੜ੍ਹਦੀ ਉਮਰ ਦੇ ਨੌਜਵਾਨ ਜਿਹਨਾਂ ਨੂੰ ਕੁਛ ਨਹੀਂ ਪਤਾ, ਜਿਹਨਾਂ ਨੂੰ ਅਸੀਂ ਮੋੜ ਕੇ ਲਿਆ ਸਕਦੇ ਹਾਂ, ਉਹਨਾਂ ਪ੍ਰਤੀ ਤੁਹਾਡੀ ਸੋਚ ਜਿਹੜੀ ਉਦਾਰਵਾਦੀ ਤੇ ਨਰਮ ਹੋਣੀ ਚਾਹੀਦੀ ਹੈ। ਬਿਲਕੁਲ ਜੀ। ਪਰ ਜਿਹੜੇ ਮਿੱਥ ਕੇ ਪ੍ਰੋਗਰਾਮ ਚਲਾ ਰਹੇ ਆ, ਸੱਤਾ 'ਚ ਬੈਠੇ ਹੋਣ, ਤੇ ਉਹਨਾਂ ਨਾਲ ਕਿਸੇ ਸਮਝੌਤਾ ਕਿਵੇਂ ਹੋ ਸਕਦਾ? ਇਹ ਬੁਨਿਆਦੀ ਜਿਹਾ ਸਵਾਲ ਹੈ। ਬਿਲਕੁਲ। ਜਦੋਂ ਅਸੀਂ ਆਪਣੇ ਵਿਰਾਸਤ ਨੂੰ ਵੀ ਦੇਖਦੇ ਹਾਂ ਤਾਂ ਸਾਡੇ ਸਾਹਮਣੇ ਬਹੁਤ ਵਧੀਆ ਉਦਾਹਰਨ ਹੈ ਨਸਲਵਾਦ ਦੇ ਖਿਲਾਫ। ਜੇ ਨਸਲਵਾਦ ਦਾ ਮੁੱਢ ਗੁਰੂ ਨਾਨਕ ਸਾਹਿਬ ਨੇ ਬੰਨ੍ਹਿਆ, ਨਸਲਵਾਦ ਦੇ ਖਿਲਾਫ ਲੜਾਈ ਦਾ ਮੁੱਢ ਜਿਹੜਾ ਬੰਨ੍ਹਿਆ ਗੁਰੂ ਸਾਹਿਬ ਨੇ ਜਦੋਂ ਲੰਗਰ ਦੀ ਪਰੰਪਰਾ ਛਡਾਈ, ਉਹ ਆਪਣੇ ਆਪ 'ਚ ਮਿਸਾਲ ਹੈ। ਤੁਸੀਂ ਦੇਖੋ ਕਿ ਇੱਕ ਪੰਗਤ ਦੇ ਵਿੱਚ ਉੱਥੇ ਹੀ ਕਿਸੇ ਉੱਚ ਜਾਤੀ, ਜਿਹੜਾ ਕਿ ਆਪਣੇ ਆਪ ਨੂੰ ਬ੍ਰਾਹਮਣ ਕਹਿੰਦਾ, ਮੇਰੀ ਜਾਤ ਉੱਤੀ ਹੈ, ਉਸ ਜਾਤ ਦੇ ਨਾਲ ਇੱਕ ਸ਼ੂਦਰ ਜਿਸ ਨੂੰ ਕਿਹਾ ਜਾਂਦਾ ਨੀਵੀਂ ਜਾਤ ਵਾਲਾ, ਕਿਹਾ ਗੁਰੂ ਸਾਹਿਬ ਨੇ ਕਿ ਪਹਿਲਾਂ ਲੰਗਰ ਦੇ ਵਿੱਚ ਪਹਿਲਾਂ ਪੰਗਤ ਪਾਛੇ ਸੰਗਤ। ਦੇਖੋ ਰੋਜ਼ਾ ਪਾਰਕ ਜਿਸ ਨੇ ਸਦੀਆਂ ਬਾਅਦ ਉਹ ਸੰਘਰਸ਼ ਇੱਕ ਅੰਜਾਮ ਦਿੱਤਾ, ਇੱਕ ਐਸਾ ਜਿਹੜਾ ਬੱਸ ਦੇ ਵਿੱਚ ਸਫ਼ਰ ਦੇ ਵਿੱਚ ਕੋਈ ਵਿਤਕਰਾ ਨਾ ਹੋਵੇ, ਗੁਰੂ ਨਾਨਕ ਸਾਹਿਬ ਨੇ ਮੁੱਢ ਬੰਨਿਆ। ਗੁਰੂ ਸਾਹਿਬ ਨੇ ਉਸ ਵੇਲੇ ਲੰਗਰ ਦੇ ਰਾਹੀਂ ਜਿਸ ਤਰ੍ਹਾਂ ਦਾ ਸੁਨੇਹਾ ਦਿੱਤਾ ਕਿ ਪੰਗਤ ਦੇ ਵਿੱਚ ਸਾਰੇ ਬਰਾਬਰ ਬੈਠਣ, ਚਾਹੇ ਇੱਥੋਂ ਤੱਕ ਕਿ ਦੇਸ਼ ਦਾ ਰਾਜਾ ਅਕਬਰ ਆਉਂਦਾ ਗੁਰੂ ਅਮਰਦਾਸ ਜੀ ਨੂੰ ਮਿਲਣ, ਅਤੇ ਉਹ ਵੀ ਉਸ ਪੰਗਤ ਦੇ ਵਿੱਚ ਬੈਠਦਾ ਜਿੱਥੇ ਕਿ ਹਰੇਕ ਆਮ ਅਤੇ ਖਾਸ ਬਰਾਬਰ ਬੈਠਦੇ ਨੇ। ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅੰਮ੍ਰਿਤ ਛਕਾਇਆ, ਉਸ ਵੇਲੇ ਕੀ ਲੜਾਈ ਸੀ ਗੁਰੂ ਸਾਹਿਬ ਦੀ? ਪਹਾੜੀ ਰਾਜਿਆਂ ਨਾਲ, ਜਿਹੜੇ ਹਿੰਦੂਤਵੀ ਤਾਕਤਾਂ ਦੇ ਮਾਲਕ ਸਨ। ਲੜਾਈ ਇਹੀ ਸੀ ਕਿ ਅਸੀਂ ਇੱਕ ਬਾਟੇ ਦੇ ਵਿੱਚ ਸਾਰਿਆਂ ਨੂੰ ਇੱਕ ਪੱਧਰ 'ਤੇ ਜਿਹੜਾ ਹੈ ਸਿੱਖੀ ਦੇ ਅਨੁਆਈ ਬਣਾਉਣਾ, ਅਤੇ ਉਹ ਤਿਆਰ ਸਨ। ਉਹ ਕਹਿੰਦੇ ਅਸੀਂ ਅੰਮ੍ਰਿਤ ਵੀ ਛਕਾਂਗੇ, ਸਾਡੇ ਲਈ ਬਾਟਾ ਵੱਖਰਾ ਤਿਆਰ ਹੋਵੇ, ਬੈਠਣ ਲਈ ਸਾਡੇ ਲਈ ਲੰਗਰ ਤਿਆਰ ਹੋਵੇ ਵੱਖਰਾ। ਅਤੇ ਗੁਰੂ ਸਾਹਿਬ ਕਹਿੰਦੇ ਹਰਗਿਜ਼ ਨਹੀਂ, ਸਵਾਲ ਹੀ ਪੈਦਾ ਨਹੀਂ ਹੁੰਦਾ। ਜੇਕਰ ਜਿਹੜੇ ਅੱਜ ਲੋਕ ਕਹਿੰਦੇ ਨੇ ਕਿ ਜਿਹੜੇ ਲੋਕ ਨਸਲਵਾਦੀ ਨੇ ਉਹਨਾਂ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਸਾਂਝ ਬਣਾ ਲਓ, ਤਾਂ ਫਿਰ ਉਹ ਦੇਖਣ ਗੁਰੂ ਗੋਬਿੰਦ ਸਿੰਘ ਜੀ ਦਾ ਉਹ ਇਤਿਹਾਸ। ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਨੂੰ ਨਕਾਰ ਦਿੱਤਾ, ਕਿਹਾ ਨਹੀਂ, ਇਨ ਗਰੀਬ ਸਿੱਖਣ ਕੋ ਦੋ ਪਾਤਸ਼ਾਹੀ। ਜਿਹੜੇ ਕਮਜ਼ੋਰ ਵਰਗ ਦੇ ਲੋਕ ਸਨ, ਉਹਨਾਂ ਲੋਕਾਂ ਨੂੰ ਬਕਾਇਦਾ ਤੌਰ 'ਤੇ ਇੱਕ ਪੰਗਤ ਦੇ ਵਿੱਚ ਬੈਠੇ ਲੋਕਾਂ ਨੂੰ ਇਹ ਕਿਹਾ ਕਿ ਅਸੀਂ ਇਹਨਾਂ ਦੀ ਜਿਹੜੀ ਆਵਾਜ਼ ਸੁਣਨੀ ਹੈ, ਇਹਨਾਂ ਦੀ ਆਵਾਜ਼ ਬਣਨੀ ਹੈ। ਚਿੜੀਆਂ ਸੇ ਬਾਜ਼ ਚੜਾਊਂ, ਗਿੱਦੜੋਂ ਸੇ ਸ਼ੇਰ ਮੈਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ। ਅਨੇਕਾਂ ਮਿਸਾਲਾਂ ਲੋਕ ਪਰੰਪਰਾ ਦੇ ਵਿੱਚ, ਲੋਕ ਬੋਲੀ ਦੇ ਵਿੱਚ ਪ੍ਰਚਲਿਤ ਨੇ ਗੁਰੂ ਸਾਹਿਬ ਬਾਰੇ। ਖੈਰ, ਅੱਜ ਜਦੋਂ ਅਸੀਂ ਇਹ ਗੱਲ ਨੂੰ ਭੁੱਲ ਜਾਂਦੇ ਹਾਂ ਕਿ ਸਾਰਿਆਂ ਦੀ ਬਾਂਹ ਫੜਨ ਵੇਲੇ ਇਸ ਗੱਲ ਨੂੰ ਵੀ ਅੱਖੋਂ ਪਰੋਖੇ ਕਰ ਦਿੰਦੇ ਹਾਂ ਕਿ ਇਹਦੀ ਨਸਲਵਾਦੀ ਸੋਚ ਹੈ ਜਿਹੜੀ ਉਹ ਸਮਾਜ ਲਈ ਖਤਰਾ ਅਤੇ ਲੋਕਾਂ ਦੇ ਵਾਸਤੇ ਇਸ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਸੋ ਇਹ ਸਾਰੀਆਂ ਗੱਲਾਂ ਨੂੰ ਸਮੁੱਚੇ ਤੌਰ 'ਤੇ ਜੇ ਅੱਜ ਦੇ ਸਮੇਂ ਦੇ ਸੰਦਰਭ 'ਚ ਦੇਖੀਏ ਤਾਂ ਕੀ ਕਹਿਣਾ ਚਾਹੋਗੇ? ਮੈਂ ਇਹ ਕਹੂੰਗਾ ਗੁਰਦੱਤ ਸਿੰਘ ਜੀ ਕਿ ਨਸਲਵਾਦ ਅੱਜ ਵੀ ਐਗਜ਼ਿਸਟ ਕਰਦਾ, ਔਰ ਇੱਕ ਲੋਕਾਂ ਨੂੰ ਬਹੁਤ ਵੱਡਾ ਭੁਲੇਖਾ, ਖਾਸ ਤੌਰ 'ਤੇ ਕੈਨੇਡਾ ਦੇ ਲੋਕਾਂ ਨੂੰ ਆਦਤ ਪੈ ਗਈ ਹੈ ਕਿ ਆਪਣੇ ਆਪ ਨਾਲ ਬੇਲੋੜੀ ਮੁਹੱਬਤ, ਕਿ ਅਸੀਂ ਤਾਂ ਬਹੁਤ ਚੰਗੇ ਹਾਂ ਜੀ, ਸਾਡੇ ਮੁਲਕ 'ਚ ਤਾਂ ਕਮਾਲ ਹੀ ਹੋਈ ਪਈ ਉੱਥੇ, ਕਿੰਨੇ ਵੰਨ-ਸੁਵੰਨਤਾ ਵਾਲਾ ਮਾਹੌਲ ਆ, ਕਿੰਨੇ ਦੇਸੀ ਭਾਈਚਾਰੇ ਦੇ ਲੋਕ MP ਬਣੇ ਹੋਏ ਨੇ, MLA ਬਣੇ ਹੋਏ ਨੇ, ਔਰ ਅਸੀਂ ਸੋਚਦੇ ਹਾਂ ਕਿ ਨਸਲਵਾਦ ਇੱਥੇ ਐਗਜ਼ਿਸਟ ਨਹੀਂ ਕਰਦਾ। ਹਾਲਾਂਕਿ ਨਸਲਵਾਦ ਇੱਥੇ ਹੈ ਜੀ,
ਐਲਬਰਟਾ ਵਿੱਚ ਪਿੱਛੇ ਕੁਝ ਦਿਨਾਂ ਤੋਂ ਲਗਾਤਾਰ ਕਿੰਨੀਆਂ ਘਟਨਾਵਾਂ ਵਾਪਰ ਚੁੱਕੀਆਂ, ਸਾਡੇ ਇੱਥੇ ਵਾਪਰ ਚੁੱਕੀਆਂ। ਦਸਤਾਰਧਾਰੀ ਇੱਕ ਸਿੱਖ ਨਾਲ ਬਦਤਮੀਜ਼ੀ ਕੀਤੀ ਗਈ ਉਹਨਾਂ ਲੋਕਾਂ ਵੱਲੋਂ ਜਿਹੜੇ ਕੋਵਿਡ ਵੈਕਸੀਨ ਦਾ ਮੁਖਾਲਫਤ ਕਰ ਰਹੇ ਨੇ। ਚੀਨੀ ਲੋਕਾਂ ਦੇ ਹਮਲੇ ਤਿੱਖੇ ਹੋਏ ਨੇ। ਸਿਆਹ ਨਸਲ ਦੇ ਕਿ ਜੱਜ ਨੂੰ ਪਿੱਛੇ ਸਾਬਕਾ ਜੱਜ ਨੂੰ ਭੁਲੇਖੇ 'ਚ ਫੜ ਲਿਆ ਗਿਆ। ਵੈਂਕੂਵਰ ਦੀ ਘਟਨਾ ਦੀ ਗੱਲ ਕਰਦਾ ਮੈਂ। ਮਤਲਬ ਕਹਿੰਦਾ ਨਸਲਵਾਦ ਇੱਥੇ ਵੀ ਹੈ, ਉਸ ਨੂੰ ਪਛਾਣੋ, ਉਹ ਇੱਕ ਲੜਾਈ ਹੈ, ਉਹਨੂੰ ਚੁਣੌਤੀ ਦਿਓ। ਅਫਸੋਸ ਦੀ ਗੱਲ ਕਿ ਆ ਸਬਬ ਨਾਲ 2 ਫਰਵਰੀ ਨੂੰ ਚਰਨਪਾਲ ਗਿੱਲ ਹੋਣਾ ਦੀ ਪਹਿਲੀ ਬਰਸੀ ਸੀ ਜੀ। ਨਸਲਵਾਦ ਦੇ ਖਿਲਾਫ ਉਹ ਲੜਾਈ ਲੜਦੇ ਰਹੇ, ਸਾਰੀ ਉਮਰ ਲਾਤੀ ਉਹਨਾਂ ਨੇ ਅਖੀਰਲੇ ਪੜਾਅ ਤੱਕ। ਅੱਜ ਸਾਡੇ ਵਿੱਚੋਂ ਨਹੀਂ ਰਹੇ, ਸਾਨੂੰ ਅਫਸੋਸ ਹੈ ਇਸ ਗੱਲ ਦਾ। ਉਹ ਜਿਹੜੀ ਲੜਾਈ ਵਿੱਚ ਛੱਡ ਗਏ, ਉਹਨੂੰ ਅੱਗੇ ਤੋਰਨ ਦੀ ਲੋੜ ਆ। ਸੋ ਅਸੀਂ ਕਈ ਵਾਰੀ ਉੱਥੋਂ ਆਉਂਦੇ ਹਾਂ ਔਰ ਸੋਚਦੇ ਹਾਂ ਕਿ ਸਾਰਾ ਕੁਝ ਸਾਨੂੰ ਥਾਲ 'ਚ ਪਰੋਸ ਕੇ ਮਿਲ ਗਿਆ। ਇੰਨੇ ਅਕਿਰਤਕਰ ਨਾ ਹੋਵੋ, ਨਾ ਸ਼ੁਕਰੇ ਨਾ ਹੋਵੋ। ਸੋਚੋ, ਨਸਲਵਾਦ ਦੇ ਖਿਲਾਫ ਲੜਨ ਵਾਲੇ ਸਾਡੇ ਗਦਰੀ ਬਾਬੇ ਸੀਗੇ, ਭਾਈ ਬੇਵਾ ਸਿੰਘ ਫਾਂਸੀ ਚੜ੍ਹ ਗਏ, ਚਰਨਪਾਲ ਗਿੱਲ ਵਰਗੇ ਬਜ਼ੁਰਗ ਲੜਦੇ ਰਹੇ ਨੇ। ਸੋ ਇਹ ਜੋ ਸਾਨੂੰ ਹੱਕ ਹਕੂਕ ਮਿਲੇ ਹੋਏ ਆ, ਉਹਨਾਂ ਜਦੋਂ ਜ਼ਿਆਦਾ ਦੀ ਬਦੌਲਤ ਆ ਅੱਜ ਉਹ ਤਾਕਤਾਂ ਦੁਬਾਰਾ ਸਿਰ ਚੁੱਕ ਰਹੀਆਂ ਜਿਹੜੇ ਇਹ ਹੱਕ ਖੋਹਣ ਨੂੰ ਫਿਰਦੀਆਂ ਨੇ। ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ। ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ, ਤੁਹਾਡੇ ਵਿਚਾਰਾਂ ਲਈ ਹਾਰਦਿਕ ਧੰਨਵਾਦ ਜੀ। ਮਿਹਰਬਾਨੀ, ਸ਼ੁਕਰੀਆ ਜੀ। ਅਖੀਰ ਦੇ ਵਿੱਚ ਜੋ ਨਸਲਵਾਦ ਦੇ ਖਿਲਾਫ ਇਹ ਲੜਾਈ ਹੈ, ਇਹ ਲੰਮੀ ਹੈ, ਇਸ ਨੂੰ ਲਗਾਤਾਰ ਜਾਰੀ ਰੱਖਣ ਦੀ ਲੋੜ ਹੈ। ਰੋਜ਼ਾ ਪਾਰਕ ਦੇ ਜਨਮ ਦਿਨ 'ਤੇ ਜਿੱਥੇ ਮੁਬਾਰਕ ਹੈ, ਉੱਥੇ ਉਹਨਾਂ ਦੇ ਸਿਆਹ ਭਾਈਚਾਰੇ ਲਈ ਕੀਤੇ ਯਤਨਾਂ ਦਾ ਧੰਨਵਾਦ। ਅਤੇ ਨਾਲ ਅੱਜ ਸਿਆਹ ਭਾਈਚਾਰਾ ਹੀ ਨਹੀਂ ਬਲਕਿ ਇਸ ਬਲੈਕ ਭਾਈਚਾਰੇ ਦੇ ਜਿਹੜੇ ਸਮਰਪਿਤ ਮਹੀਨੇ ਦੇ ਤੌਰ 'ਤੇ ਅਸੀਂ ਸਾਰਿਆਂ ਲਈ ਹੀ ਹੱਕਾਂ ਦੀ ਲੜਾਈ ਲੜੀਏ ਤਾਂ ਕਿ ਲਿੰਗ, ਨਸਲ ਦਾ ਵਿਤਕਰਾ, ਮਾਨਵਵਾਦ ਖਿਲਾਫ ਇਸ ਗੱਲ ਨੂੰ ਲੈ ਕੇ ਚੱਲੀਏ ਅਤੇ ਇਸੇ ਗੱਲ ਦੇ ਸਿਧਾਂਤ ਦੇ ਅਨੁਸਾਰ ਹੀ ਅਸੀਂ ਸਰਬੱਤ ਦੇ ਭਲੇ ਦੀ ਸੋਚ ਨੂੰ ਅੱਗੇ ਰੱਖੀਏ। ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨ ਵੋ। ਆਪ ਸਮੂਹ ਦਰਸ਼ਕਾਂ ਦਾ ਹਾਰਦਿਕ ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।